ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਗਗਨਦੀਪ ਸੋਂਧੀ ਤੁਹਾਡੇ ਮੁਖਾਤਿਬ ਹਾਂ ਔਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਪੰਜਾਬ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ, ਪਰ ਜਦੋਂ ਅਸੀਂ ਕਹਿੰਦੇ ਹੁੰਦੇ ਵੀ ਸਾਥੋਂ ਭੁੱਖਿਆਂ ਕੋ ਭਗਤੀ ਨਾ ਹੋਵੇ ਤੇ ਆਲੇ ਫੜ ਮਾਲਾ ਆਪਣੀ ਗੱਲ ਆਪਾਂ ਅੱਜ ਰੋਟੀ ਤੋਂ ਸ਼ੁਰੂ ਕਰਨੀ ਆ, ਫਿਰ ਹੌਲੀ-ਹੌਲੀ ਜੀਵਨ ਦੀਆਂ ਲੋੜਾਂ ਤੱਕ ਜਾ ਪਹੁੰਚਣਾ। ਤੇ ਮੇਰੇ ਖੱਬੇ ਹੱਥ ਬੈਠੇ ਨੇ ਸੰਜੀਵ ਜਸ਼ਖਾਨਾ ਜੀ। ਜਸ਼ਖਾਨਾ ਸਾਹਿਬ ਸਤਿ ਸ਼੍ਰੀ ਅਕਾਲ। ਦੇਖੋ ਮੈਂ ਰੋਟੀ ਦੀ ਗੱਲ ਤੁਸੀਂ ਕੀਤੀ, ਮੈਨੂੰ ਭੁੱਖ ਲੱਗ ਗਈ। ਮੈਨੂੰ ਵੀ ਲੱਗ ਗਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਭੁੱਖੇ ਨੂੰ ਪੁੱਛਿਆ, ਕਹਿੰਦੇ 2 ਤੇ 2 ਕਿੰਨੇ ਹੁੰਦੇ ਨੇ? ਕਹਿੰਦਾ 4 ਰੋਟੀਆਂ। ਓਹੋ ਹੋ, ਕਿਉਂਕਿ ਧਿਆਨ ਉਹਦਾ ਰੋਟੀਆਂ ਵੱਲ ਹੈ ਨਾ, ਭੁੱਖ ਲੱਗੀ ਹੋਈ ਆ। ਮੈਂ ਕਿਹਾ ਜੀ ਤੁਸੀਂ ਇਹ ਦੇਖੋ ਵੀ ਇੱਕ ਬਰਾਤ ਦੇ ਵਿੱਚ ਬੰਦੇ ਚੱਲ ਗਏ। ਅੱਛਾ ਜੀ। ਹੋਰ ਕੀ, ਬਰਾਤ ਲੈ ਕੇ ਚੱਲ ਗਏ ਤਾਂ ਉੱਥੇ ਜਾ ਕੇ ਤਾਂ ਕਹਿੰਦੇ ਆ ਵੀ ਪਹਿਲਾਂ ਤਾਂ ਨਾ ਉਹਨਾਂ ਨੇ ਜਾ ਕੇ ਤਾਂ ਪਾਣੀ ਪੂਣੀ ਪਿਲਾਤਾ। ਅੱਛਾ। ਹਾਂ, ਤੇ ਫਿਰ ਜਦੋਂ ਤਕਰੀਬਨ 12 ਕੁ ਵਜੇ ਤੇ ਪੁੱਛਿਆ, ਕਹਿੰਦੇ ਵੀ ਰੋਟੀ, ਕਹਿੰਦੇ ਲੈ ਹੁਣੇ ਹੀ ਦਿੰਦੇ, ਇਹ ਕਿਹੜੀ ਗੱਲ ਆ। ਤੇ ਜਦੋਂ ਵੱਜੇ 3 ਕੁ, ਭੁੱਖ ਹੁਣ ਆਪਣੀ ਚਰਮ ਸੀਮਾ ਉੱਤੇ ਜਿੱਦਾਂ ਆਪਾਂ ਦੋਵਾਂ ਨੂੰ ਲੱਗੀ ਆ, ਬਿਲਕੁਲ ਸਹੀ। ਇਸੇ ਤਰੀਕੇ ਦੇ ਨਾਲ ਉਹ ਕਹਿੰਦੇ ਇਦਾਂ ਕਰੋ ਵੀ 4-4 ਹੋ ਜਾਓ, ਵੀ 4-4 ਹੋ ਜਾਓ। ਕਹਿੰਦੇ ਲੈ ਬਈ ਹੁਣ ਪਕਵਾਨ ਆਉਣਗੇ, 4-4 ਜਣੇ ਇਦਾਂ ਬਿਠਾਤੇ। ਉਹਨਾਂ ਲਿਆ ਕੇ ਉਹਨਾਂ ਨੂੰ ਤਾਸ਼ ਦੇ ਦਿੱਤੀ। ਕਹਿੰਦੇ ਵੀ ਰੋਟੀ ਅਜੇ ਟਾਈਮ ਲੱਗਣਾ ਤੇ ਤੁਸੀਂ ਖੇਡੋ ਉਨੀ ਦੇਰ ਤੱਕ। 3 ਘੰਟੇ ਹੋ ਗਏ ਪਾਣੀ ਪੀਤੇ। 3 ਘੰਟੇ ਹੋਰ ਪਾਣੀ ਪੀਤੇ। ਸੋ ਇਹ ਜਿਹੜੀ ਰੋਟੀ ਦਾ ਮਸਲਾ ਨਾ, ਇਹ ਸਭ ਤੋਂ ਵੱਡਾ ਮਸਲਾ। ਗੱਲ ਇਹ ਹੈ ਗਗਨ ਜੀ, ਦੇਖੋ ਰਾਜਨੀਤੀ ਦੇ ਵਿੱਚ ਹਰ ਤਰ੍ਹਾਂ ਦਾ ਸ਼ੋਰ ਪਿਆ ਹੋਇਆ, ਹਰ ਤਰ੍ਹਾਂ ਦਾ ਰੌਲਾ ਪਿਆ ਹੋਇਆ। ਆ ਨਹੀਂ ਹੋਇਆ, ਉਹ ਨਹੀਂ ਹੋਇਆ। ਸਰਕਾਰ ਆਪਣਾ ਰਾਗ ਗਾਈ ਜਾਂਦੀ ਆ, ਵਿਰੋਧੀ ਧਿਰਾਂ ਉਹਨਾਂ ਉੱਤੇ ਅਟੈਕ ਮਾਰੀ ਜਾਂਦੇ ਨੇ, ਪਰ ਆਮ ਇਨਸਾਨ ਕਹਿੰਦਾ ਮੈਨੂੰ ਰੋਟੀ ਚਾਹੀਦੀ, ਕੱਪੜਾ ਚਾਹੀਦਾ, ਮਕਾਨ ਚਾਹੀਦਾ, ਸਿਹਤ ਸੁਵਿਧਾਵਾਂ ਚਾਹੀਦੀਆਂ, ਸਿੱਖਿਆ ਦੀ ਸੁਵਿਧਾਵਾਂ ਚਾਹੀਦੀਆਂ ਨੇ, ਰੋਜ਼ਗਾਰ ਚਾਹੀਦਾ। ਆ ਜਿਹੜੀਆਂ ਗੱਲਾਂ ਨੇ, ਖੇਤੀਬਾੜੀ ਉਹਦਾ ਬੁਰਾ ਹਾਲ, ਇੰਡਸਟਰੀ ਦਾ ਬੁਰਾ ਹਾਲ, ਕੋਈ ਪਾਲਿਸੀ ਨਹੀਂ ਹੈ। ਇਹ ਰੌਲਾ ਕਾਹਦਾ ਪਾਇਆ ਹੋਇਆ? ਬੇਸਿਕ ਮੁੱਦੇ, ਸਾਡੀ ਹੋਂਦ ਨੂੰ ਖਤਰਾ ਬਣਿਆ ਹੋਇਆ, ਸਰਵਾਈਵਲ ਨੂੰ ਖਤਰਾ ਬਣਿਆ ਹੋਇਆ। ਮਤਲਬ ਇਹ ਬੇਸਿਕ ਮੁੱਦਿਆਂ ਦੀ ਗੱਲ ਕਦੋਂ ਕਰਨੀ? ਇਨਸਾਨ ਨੂੰ ਪਹਿਲਾਂ ਜਿਉਣ ਤਾਂ ਦਿਓ, ਜ਼ਿੰਦਗੀ ਤਾਂ ਦੇ ਦਿਓ, ਫਿਰ ਉਸ ਤੋਂ ਬਾਅਦ ਬਾਕੀ ਗੱਲਾਂ ਕਰ ਲਵਾਂਗੇ। ਆ ਫਜ਼ੂਲ ਦੀਆਂ ਗੱਲਾਂ ਚ ਆਪਾਂ ਪਏ ਹੋਏ ਆ। ਬਿਲਕੁਲ, ਇਹ ਪਤਾ ਨਹੀਂ ਸਰਕਾਰ ਨੂੰ ਅਸੀਂ ਸਮਝ ਹੀ ਨਹੀਂ ਪਾ ਰਹੇ ਕਿ ਇਹ ਕਿੱਧਰ ਨੂੰ ਤੁਰ ਪਈ ਆ। ਦੇਖੋ ਰੋਜ਼ਗਾਰ ਦੇ ਮਸਲੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ, ਗੱਲ ਉਹੀ ਮੈਨੂੰ ਚੇਤੇ ਆ ਜਾਂਦੀ ਹੈਗੀ ਆ ਵੀ ਇੱਕ ਬੰਦਾ ਜਿਹੜਾ ਹੈਗਾ ਕਿਤੇ ਨੌਕਰੀ ਲੈਣ ਵਾਸਤੇ ਗਿਆ, ਉਹਨੂੰ ਕਹਿੰਦਾ ਵੀ ਮੈਨੂੰ ਬਾਊ ਜੀ ਨੌਕਰੀ ਚਾਹੀਦੀ ਹੈਗੀ, ਮੇਰੀ ਐਲੀਜੀਬਿਲਟੀ ਬਣਦੀ ਹੈਗੀ, ਮੈਨੂੰ ਰੱਖ ਲਓ ਆਪਣੇ ਦਫ਼ਤਰ ਦੇ ਵਿੱਚ। ਕਹਿੰਦਾ ਇਦਾਂ ਕਰੀ ਵੀ 1 ਮਹੀਨੇ ਬਾਅਦ ਆ ਜਾਈਂ। ਤਾਂ ਜਦੋਂ ਮਹੀਨੇ ਬਾਅਦ ਗਿਆ, ਫਿਰ ਕਹਿੰਦਾ ਇਦਾਂ ਕਰੀ 15 ਦਿਨ ਆ ਜਾਈਂ। ਫਿਰ ਜਦੋਂ 15 ਦਿਨ ਗਿਆ, ਫਿਰ ਕਹਿੰਦਾ ਇਦਾਂ ਕਰੀ ਹਫ਼ਤੇ ਬਾਅਦ ਆ ਜਾਈਂ। ਕਹਿੰਦਾ ਬਾਊ ਜੀ ਜੇ ਤੁਸੀਂ ਮੈਨੂੰ ਨਹੀਂ ਰੱਖਣਾ ਤਾਂ ਮੈਨੂੰ ਜਵਾਬ ਕਿਉਂ ਨਹੀਂ ਦਿੰਦੇ? ਉਹ ਕਹਿੰਦੇ ਦੇਣਾ ਤਾਂ ਤੈਨੂੰ ਜਵਾਬ ਹੀ ਹੈ, ਤੂੰ ਕਾਹਲੀ ਕਰੀ ਜਾਣਾ। ਅੱਛਾ, ਹੈ ਨਾ, ਆਹੀ ਹਾਲ ਜਿਹੜਾ ਹੈਗਾ ਸਰਕਾਰ ਦਾ, ਹੈ ਨਾ। ਸਰਕਾਰ ਜਿਹੜੀ ਹੈਗੀ ਆ ਉਹ ਵੀ ਇਹੀ ਹੁਣ ਲੋਕਾਂ ਨੂੰ ਕਹਿ ਰਹੀ ਆ ਵੀ ਭਾਈ ਤੁਸੀਂ ਕਾਹਲੀ ਕਰੀ ਜਾਂਦੇ ਆ, ਸਾਨੂੰ ਥੋੜਾ ਜਿਹਾ ਟਾਈਮ ਤਾਂ ਦਿਓ। ਪਰ ਬਿਲਕੁਲ ਸਹੀ ਗੱਲ ਆ। ਟਾਈਮ ਕਿੰਨਾ ਕੁ ਚਾਹੀਦਾ? ਜਦ ਪਤਾ ਪਹਿਲਾਂ ਤੋਂ ਪ੍ਰੀ ਪਲਾਨਡ ਇਹ ਸਾਰਾ ਕੁਝ ਹੁੰਦਾ ਆ, ਜਦੋਂ ਪਤਾ ਲੱਗ ਜਾਂਦਾ ਆ ਵੀ ਇਹ ਜਿਹੜਾ ਪਲੈਨਿੰਗ ਹੈ ਇਹ ਸਾਰੀ ਦੀ ਸਾਰੀ ਬਣੀ ਹੋਈ ਹੈ। ਹੁਣ ਜਦੋਂ ਚੋਣ ਮੈਨੀਫੈਸਟੋ ਤਿਆਰ ਕੀਤੇ ਜਾਂਦੇ ਆ, ਜਦੋਂ ਪੰਜਾਬ ਦੇ ਉੱਤੇ ਕਿੰਨਾ ਕਰਜ਼ਾ ਹੈ ਉਹ ਤਿਆਰ ਕੀਤਾ ਜਾਂਦਾ, ਉਸ ਤੋਂ ਬਾਅਦ ਵਿੱਚ ਇਹ ਦੇਖਿਆ ਜਾਂਦਾ ਆ ਰੇਤੇ ਦੀਆਂ ਖੱਡਾਂ ਵਿੱਚੋਂ ਕਿੰਨਾ ਨਿਕਲਣਾ, ਉਸ ਤੋਂ ਬਾਅਦ ਵਿੱਚ ਟਰਾਂਸਪੋਰਟ ਵਿੱਚੋਂ ਕਿੰਨਾ ਆਉਣਾ ਆ, ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਕੀ ਕੀ ਸੁਧਾਰ ਹੋਣ ਵਾਲੇ ਆ, ਕੱਲਾ ਮੰਤਰੀ ਲਾਇਆ ਹੋਇਆ। ਇੰਨੀਆਂ ਸਾਰੀਆਂ ਅਮੈਂਡਮੈਂਟਸ, ਇੰਨੀਆਂ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਜੇ ਸਰਕਾਰ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਬੇਸਿਕ ਨੀਡ ਲੋਕਾਂ ਦੀ ਕਿੱਦਾਂ ਪੂਰੀ ਕਰਨੀ ਹੈ, ਸਿਰਫ ਇੱਕ ਰੋਟੀ ਤੱਕ। ਉਹ ਤੁਸੀਂ ਜਿਹੜੀ ਕਣਕ ਵੀ ਜਿਹੜੀ ਸਰਕਾਰ ਦੀ ਕਿਤੇ ਦਿੱਤੀ ਹੋਈ ਨਾ 2 ਰੁਪਏ ਵਾਲੀ, ਗਰੀਬਾਂ ਨੂੰ ਕਿਤੇ ਜਾ ਕੇ ਦੇਖੋ ਤਾਂ ਦੇਖ ਕੇ ਸ਼ਰਮ ਆਉਂਦੀ ਉਸ ਵੇਲੇ ਵੀ ਸਰਕਾਰ ਨੇ ਜੇ ਕਿਤੇ ਆ ਉਹਨਾਂ ਦੇ ਆਪਣੇ ਨਿਆਣੇ ਖਾ ਲੈਣ ਤਾਂ ਉਹ ਸਾਰਾ ਦਿਨ ਹਸਪਤਾਲ ਦੇ ਵਿੱਚ ਪੈ ਰਹਿਣ। ਬਿਲਕੁਲ ਜੀ, ਆ ਹਾਲਾਤ ਨੇ। ਕੁਆਲਿਟੀ ਨਹੀਂ ਹੈਗੀ, ਕੁਆਲਿਟੀ ਵੀ ਹੈ ਨਹੀਂ ਗੀ, ਤੇ ਦੂਜੇ ਪਾਸੇ ਰੋਜ਼ਗਾਰ ਵੀ ਹੈ ਨਹੀਂ। ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਨਾ ਰੋਜ਼ਗਾਰ ਲੱਭਣਾ ਵੀ ਇੱਕ ਕੰਮ ਹੈ, ਕੰਮ ਲੱਭਣਾ ਵੀ ਇੱਕ ਕੰਮ ਹੈ। ਕਿਸੇ ਬੰਦੇ ਨੇ ਇਸ਼ਤਿਹਾਰ ਦਿੱਤਾ ਕਿ ਇੱਕ ਬੰਦਾ ਚਾਹੀਦਾ ਕੰਮ ਵਾਸਤੇ, ਉਹ ਪਹੁੰਚ ਗਿਆ, ਕਹਿੰਦਾ ਭਾਜੀ ਆ ਗਏ ਆ। ਕਹਿੰਦੇ ਅੱਛਾ ਨਾਂ ਕੀ ਹੈ? ਕਹਿੰਦਾ ਨਾਂ ਇਹ ਹੈ। ਕਹਿੰਦਾ ਹਾਂਜੀ ਫਿਰ ਕਰ ਲਓ ਜੁਆਇਨ। ਕਹਿੰਦਾ ਭਾਜੀ ਕੋਈ ਸਰਟੀਫਿਕੇਟ ਨਹੀਂ ਦੇਖੇ, ਕੋਈ ਇੰਟਰਵਿਊ ਨਹੀਂ ਲੀਤੀ, ਕੋਈ ਕੁਆਲੀਫਿਕੇਸ਼ਨ ਨਹੀਂ ਪੁੱਛੀ, ਕੋਈ ਐਕਸਪੀਰੀਅੰਸ ਨਹੀਂ ਪੁੱਛਿਆ, ਨਾ ਪੁੱਛਿਆ। ਕਹਿੰਦੇ ਜੁਆਇਨ ਕਰ ਲਓ। ਕਹਿੰਦੇ ਬਸ ਨਾ ਕਾਫੀ। ਕਹਿੰਦਾ ਕਰਨਾ ਕੀ? ਕਹਿੰਦਾ ਤੂੰ ਸਵੇਰੇ ਆ ਕੇ ਇਹ ਦੇਖਣਾ ਕਿੱਥੇ ਕਿੱਥੇ ਲੰਗਰ ਲੱਗੇ ਹੋਏ ਨੇ, ਆਪਣਾ ਖਾ ਆਈ ਤੇ ਮੇਰਾ ਲੈ ਆਈ। ਆਹ ਕੰਮ ਹੈਗਾ। ਸੋ ਰੋਜ਼ਗਾਰ ਲੱਭਣਾ ਵੀ ਇੱਕ ਰੋਜ਼ਗਾਰ ਆ। ਹਾਂ, ਰੋਜ਼ਗਾਰ ਆ ਕੰਮ ਹੈਗੇ ਨੇ। ਵਾਕਈ ਤੁਸੀਂ ਠੀਕ ਕਿਹਾ, ਕਣਕ ਦੀ ਕੁਆਲਿਟੀ ਜਿਹੜੀ ਗਰੀਬ ਬੰਦਿਆਂ ਵਾਸਤੇ ਆਉਂਦੀ ਆ ਉਹਦੀ ਕੋਈ ਕੁਆਲਿਟੀ ਨਹੀਂ। ਔਰ ਕੀੜਾ ਲੱਗਿਆ ਹੁੰਦਾ ਕਈ ਵਾਰ, ਤੇ ਬਿਲਕੁਲ ਸੁਸਰੀ ਪਈ ਹੁੰਦੀ ਆ। ਇੰਨੀ ਖਤਰਨਾਕ ਕੁਆਲਿਟੀ ਬਣੀ ਹੁੰਦੀ ਹੈ ਕਿ ਬੰਦਾ ਖਾਣ ਤੋਂ ਬਾਅਦ ਬਿਮਾਰ ਹੋ ਸਕਦਾ, ਉਹਨੂੰ ਹਸਪਤਾਲ ਜਾਣਾ ਪੈ ਸਕਦਾ। ਇਸ ਗੱਲ ਦਾ ਵੀ ਧਿਆਨ ਨਹੀਂ। ਬਿਲਕੁਲ, ਸਰਕਾਰ ਨੂੰ ਇਹਦੇ ਉੱਤੇ ਪੂਰੇ ਜ਼ਿੰਮੇਵਾਰੀ ਦੇ ਨਾਲ ਨਜ਼ਰਸਾਨੀ ਕਰਨੀ ਚਾਹੀਦੀ ਆ। ਗਰੀਬਾਂ ਤੱਕ ਕਣਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਇਹਦੇ ਦੇਖਣਾ ਚਾਹੀਦਾ। ਔਰ ਦੂਸਰੀ ਗੱਲ ਇਹ ਹੈ
ਹੈ ਕਿ ਜਦੋਂ ਰੋਜ਼ਗਾਰ ਦੀ ਗੱਲ ਸਰਕਾਰ ਨਾਲ ਕਰੀਏ ਤਾਂ ਸਰਕਾਰ ਨੂੰ ਸੰਜਮ ਦੇ ਨਾਲ ਸੁਣਨੀ ਚਾਹੀਦੀ ਆ, ਚਾਹੇ ਉਹ ਅਧਿਆਪਕਾਂ ਦੀ ਹੋਵੇ ਚਾਹੇ ਕਿਸੇ ਦੀ ਵੀ ਹੋਵੇ। ਹੁਣ ਤੁਸੀਂ ਇਹ ਦੇਖੋ ਵੀ ਲੋਕੀ ਢਿੱਡੋਂ ਭੁੱਖੇ ਨੇ, ਲੋਕਾਂ ਦੇ ਕੋਲ ਰੋਜ਼ਗਾਰ ਹੈ ਨਹੀਂ, ਹੱਥਾਂ ਦੇ ਵਿੱਚ ਉਹਨਾਂ ਦੀ ਕਿਰਤ ਤਾਂ ਹੈਗੀ ਆ ਪਰ ਉਹ ਕਰਨ ਤਾਂ ਹੁਣ ਕੀ ਕਰਨ। ਹੁਣ ਜਿਹੜੇ ਮੇਰੇ ਵਰਗੇ ਹੈਗੇ ਆ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਬੇਰੁਜ਼ਗਾਰ ਬੈਠੇ ਪਏ ਆ, ਪਰ ਕਈ ਉਹ ਬੰਦੇ ਹੈਗੇ ਆ ਜਿਨ੍ਹਾਂ ਦੇ ਕੋਲ ਕਿਰਤ ਹੈਗੀ ਆ, ਆਪਣੇ ਕਿਸਬ ਹੈਗੀ ਆ, ਹੱਥਾਂ ਦੇ ਵਿੱਚ ਕਲਾ ਹੈਗੀ ਆ, ਪਰ ਉਹ ਜਾਣ ਤਾਂ ਹੁਣ ਕਿੱਥੇ ਜਾਣ। ਇਹ ਤਾਂ ਇੱਕ ਵਾਰੀ ਸੰਜੀਵ ਜੀ ਇੱਕ ਕਿਸੇ ਨੇ ਕੁੱਤਾ ਰੱਖ ਲਿਆ ਤੇ ਉਹ ਤਾਂ ਆਪ ਵੀ ਜਿਹੜੇ ਹੈਗੇ ਬਹੁਤ ਕੰਜੂਸ ਸੀਗੇ, ਨਾ ਉਹ ਕਿਤੇ ਕੰਮ ਤੇ ਜਾਂਦੇ ਸੀਗੇ, ਨਾ ਉਹ ਪਰਿਵਾਰ ਜਿਹੜਾ ਹੈਗਾ ਆ ਕਿਸੇ ਕੰਮ ਨੂੰ ਹੱਥ ਲਾ ਕੇ ਰਾਜੀ ਸੀਗਾ। ਕੁੱਤਾ ਉਹਨਾਂ ਰੱਖ ਲਿਆ, ਕੁੱਤੇ ਨੇ ਇੱਕ ਦਿਨ ਕੱਢਿਆ, ਦੂਜੇ ਦਿਨ ਕੱਢਿਆ, ਤੀਜੇ ਦਿਨ ਕੁੱਤਾ ਨਾ ਸਵੇਰੇ ਉੱਠ ਕੇ ਤਾਂ 5 ਵਜੇ ਆਪੇ ਹੀ ਨਾ ਆਪਣੇ ਮਾਲਕਾਂ ਨੂੰ ਜਗਾ ਕੇ ਕਹਿਣ ਲੱਗ ਪਿਆ, ਭਾਈ ਜੇ ਤੁਸੀਂ ਨਹੀਂ ਜਾਣਾ ਤਾਂ ਮੈਨੂੰ ਰੋਟੀ ਵਾਲਾ ਡੱਬਾ ਦੇ ਦਿਓ, ਮੈਂ ਤਾਂ ਕੰਮ ਤੇ ਜਾਵਾਂ। ਦੇਖ ਲਓ ਹੈ ਜੀ, ਸਾਡੇ ਨਾਲ ਤਾਂ ਜਾਨਵਰ ਸਿਆਣੇ, ਆਪਣੀ ਕਲਾ ਦਾ ਮੁੱਲ ਤਾਂ ਪਾਉਂਗੇ ਕਿਤੇ ਨਾ ਕਿਤੇ, ਮਤਲਬ ਆਪਣਾ ਰਿਜ਼ਕ ਤਾਂ ਆਪ ਤਿਆਰ ਕਰ ਸਕਦੇ ਆ। ਸੋ ਸਾਡੀ ਜਿਹੜੀ ਆਵਾਮ ਆ, ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸਮਝਣਾ ਪੈਣਾ, ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਸਮਝਣਾ ਪੈਣਾ, ਜਾਂ ਤਾਂ ਇੰਡਸਟਰੀਜ਼ ਇੰਨੀਆਂ ਜ਼ਿਆਦਾ ਲਾ ਦਿੱਤੀਆਂ ਜਾਣ ਵੀ ਸਾਰਿਆਂ ਨੂੰ ਰੋਜ਼ਗਾਰ ਮਿਲ ਸਕੇ, ਨਹੀਂ ਤਾਂ ਆਮ ਜਿਹੜੇ ਲੋਕ ਹੈ ਉਹਨਾਂ ਨੂੰ ਇਸ ਵਾਸਤੇ ਤਿਆਰ ਰਹਿਣਾ ਚਾਹੀਦਾ ਕਿ ਆਪਣੀਆਂ ਦੁਕਾਨਾਂ ਕਿਵੇਂ ਕਰਨੀਆਂ ਨੇ, ਵੱਡੇ ਹੋ ਕੇ ਕਿਸ ਬਿਜ਼ਨਸ ਵਿੱਚ ਪੈਣਾ ਆ, ਕਿੱਥੇ ਕੰਮ ਕਰਨਾ ਹੈ, ਪਹਿਲਾਂ ਤੋਂ ਡਿਸਾਈਡ ਕਰ ਲੈਣਾ ਚਾਹੀਦਾ। ਬਿਲਕੁਲ ਐਂਟਰਪ੍ਰੀਨਿਓਰਸ਼ਿਪ ਦੇ ਵਾਸਤੇ ਤੁਸੀਂ ਗੱਲ ਕਰ ਰਹੇ ਹੋ, ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਇਨਸਾਨ ਦੇ ਅੰਦਰ ਜੇ ਕੁਆਲਿਟੀ ਹੈਗੀ ਆ ਤਾਂ ਖੁਦ ਨੌਕਰੀ ਕਰਨ ਦੀ ਬਜਾਏ ਰੋਜ਼ਗਾਰ ਪੈਦਾ ਕਰੇ, ਦੂਜਿਆਂ ਨੂੰ ਨੌਕਰੀ ਦੇਵੇ। ਹੁਣ ਗੱਲ ਇਹ ਹੈ ਕਿ ਕਈ ਥਾਂ ਦੇ ਉੱਤੇ ਤਾਂ ਰੋਜ਼ਗਾਰ ਹੈ ਨਹੀਂ, ਕਈ ਥਾਂ ਤੇ ਅੰਡਰ ਇੰਪਲੋਇਮੈਂਟ ਹੈ ਕਿ ਉਹ ਬੰਦਾ ਜਿਸ ਕਾਬਿਲ ਹੈ ਉਹਨੂੰ ਉਸਦੇ ਕਾਬਿਲ ਕੰਮ ਨਹੀਂ ਮਿਲਿਆ, ਪਰ ਮਜਬੂਰੀ ਵਸ ਉਹਨੂੰ ਕੋਈ ਐਸਾ ਕੰਮ ਕਰਨਾ ਪੈ ਰਿਹਾ ਜੋ ਉਹਦੀ ਕੁਆਲੀਫਿਕੇਸ਼ਨ ਨੂੰ ਵੀ ਸੂਟ ਨਹੀਂ ਕਰਦਾ, ਉਹਦੇ ਹੁਨਰ ਨੂੰ, ਉਹਦੀ ਕਲਾ ਨੂੰ ਸੂਟ ਨਹੀਂ ਕਰਦਾ। ਹਰ ਚੀਜ਼ ਦੇਖਣੀ ਪੈਣੀ ਹੈ। ਇਸ ਵਕਤ ਨਾ ਸਾਡੇ ਕੋਲ ਇੰਡਸਟਰੀ ਵਾਸਤੇ ਕੋਈ ਪਾਲਿਸੀ ਹੈ, ਜਿਵੇਂ ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਹੋ, ਨਾ ਐਗਰੀਕਲਚਰ ਪਾਲਿਸੀ ਹੈ, ਨਾ ਸਿੱਖਿਆ ਵਾਸਤੇ ਪਾਲਿਸੀ ਹੈ, ਨਾ ਸਿਹਤ ਸੁਵਿਧਾਵਾਂ ਵਾਸਤੇ ਪਾਲਿਸੀ ਹੈ, ਕੋਈ ਪਾਲਿਸੀ ਨਹੀਂ ਹੈ। ਤੁਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਜਿਹੜਾ ਮੈਨੀਫੈਸਟੋ ਦੀ ਤੁਸੀਂ ਗੱਲ ਕੀਤੀ ਆ, ਮੈਨੀਫੈਸਟੋ ਕਦੋਂ ਰਿਲੀਜ਼ ਹੋ ਰਿਹਾ? ਇਲੈਕਸ਼ਨਸ ਤੋਂ 2-3 ਦਿਨ ਪਹਿਲਾਂ, ਜਦ ਕਿ ਉਦੋਂ ਰਿਲੀਜ਼ ਹੋ ਜਾਣਾ ਚਾਹੀਦਾ ਜਦੋਂ ਤੁਸੀਂ ਇਲੈਕਸ਼ਨਸ ਦੇ ਵਾਸਤੇ ਨਿਤਰੇ ਹੋ, ਤਾਂ ਕਿ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਵੇ ਕਿ ਤੁਸੀਂ ਕਿੰਨੇ ਕੁ ਪਾਣੀ 'ਚ ਹੈਗੇ ਹੋ। ਤੁਸੀਂ ਮੈਨੀਫੈਸਟੋ ਦਿੰਦੇ ਪਏ ਹੋ, ਇਹ ਤਾਂ ਲੱਗਦਾ ਕਿ ਜਿਵੇਂ ਮੈਨਿਊਫੈਸਟੋ ਹੈ ਨਾ, ਮੈਨਿਊ ਕਾਰਡ ਨਹੀਂ ਹੁੰਦਾ ਹੋਟਲਸ ਦਾ ਵੀ ਆ ਹੈਗਾ, ਉਵੇਂ ਤੁਸੀਂ ਫ੍ਰੀ ਬੀਜ਼ ਪੋਲਿਟਿਕਸ ਆ ਦੇਵਾਂਗੇ, ਤਾਂ ਉਹਦੇ ਆਧਾਰ ਦੇ ਉੱਤੇ ਤੁਸੀਂ ਵੋਟਾਂ ਤਾਂ ਲੈ ਲਈਆਂ। ਅੱਜ ਤੁਹਾਡੇ ਕੋਲ ਪਾਲਿਸੀ ਨਹੀਂ ਹੈ, 1 ਮਹੀਨੇ ਤੋਂ ਵੱਧ ਹੋ ਚੁੱਕਾ ਹੈ। ਇਹ ਕਦੋਂ ਗੇਮ ਖੇਡਣੀ ਹੈ ਸਰਕਾਰ ਨੇ? ਜਦੋਂ ਦੇਸ਼ ਨੂੰ ਸੰਭਾਲਣਾ ਤੇ ਪੰਜਾਬ ਨੂੰ ਸੰਭਾਲਣਾ। ਗੱਲ ਇੱਥੇ ਆਉਂਦੀ ਪਈ ਹੈ। ਦੇਖੋ ਗੱਲ ਜਿਹੜੀ ਹੈ ਨਾ ਉਹ ਤੁਹਾਡੀ ਬਿਲਕੁਲ ਦਰੁਸਤ ਆ, ਪਰ ਮੈਨੀਫੈਸਟੋ ਜਿਹੜਾ ਹੈ ਨਾ ਦਿੱਤਾ ਜਾਂਦਾ, ਉਹਨੂੰ ਸੰਭਾਲ ਕੇ ਬੰਦਾ ਰੱਖ ਲੈ ਤੇ ਇਹਦੇ ਉੱਤੇ ਕੋਈ ਨਾ ਕੋਈ ਕਾਨੂੰਨੀ ਪੱਖ ਵੀ ਹੋਣਾ ਚਾਹੀਦਾ। ਬਿਲਕੁਲ ਸਹੀ। ਜੇ ਮੈਨੀਫੈਸਟੋ ਵਿੱਚ ਲਿਖੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ, ਸਰਕਾਰ ਉੱਤੇ ਕੇਸ ਕਰਕੇ ਤੁਰੰਤ ਉਹਨੂੰ ਬਰਖਾਸਤ ਸਰਕਾਰ ਨੂੰ ਕੀਤਾ ਜਾਵੇ, ਚਾਹੇ ਉਹ ਰਾਜਪਾਲ ਦੇ ਦੁਆਰਾ ਚਾਹੇ ਉਹ ਰਾਸ਼ਟਰਪਤੀ ਦੇ ਦੁਆਰਾ। ਸਰਕਾਰਾਂ ਦੇ ਉੱਤੇ ਚੈੱਕਸ ਹੋਣੇ ਚਾਹੀਦੇ ਆ। ਦੂਜੀ ਗੱਲ, 5-5 7-7 10-10 ਪੜ੍ਹ ਕੇ ਇੱਕ ਮੰਤਰੀ ਜਿਹੜਾ ਬਣਿਆ ਹੁੰਦਾ, ਉਹ ਜਾ ਕੇ ਤਾਂ ਜਿਹਨੇ 16-16 ਘੰਟੇ ਦੀ ਸਟੱਡੀ ਕੀਤੀ ਆ ਉਹਦੇ ਉੱਤੇ ਜਾ ਕੇ ਰੋਬ ਮਾਰੇ, ਇਹ ਕਿੱਥੋਂ ਜਿਹੜਾ ਹੈਗਾ ਵਧੀਆ ਲੱਗਦਾ। ਹੁਣ ਤੁਹਾਡੇ ਸਾਹਮਣੇ ਇੱਕ ਉਦਾਹਰਨ ਦੇਵਮਾਨ ਦੀ ਵੀ ਇਸ ਤਰ੍ਹਾਂ ਦੀ ਹੋਈ, ਜਦੋਂ ਨਰਸ ਨੇ ਇਹਨੂੰ ਦੱਸ ਦਿੱਤਾ ਵੀ ਭਾਈ ਮੈਂ ਪੜ੍ਹੀ ਲਿਖੀ ਆ ਤੇ ਮੈਂ ਇੱਥੇ ਪਰਮਾਨੈਂਟ ਆ, ਤੂੰ 5 ਸਾਲ ਵਾਸਤੇ ਆਇਆ, ਉਸ ਹਿਸਾਬ ਨਾਲ ਗੱਲ ਕਰ ਜਿਸ ਹਿਸਾਬ ਦੇ ਨਾਲ ਤੇਰੀਆਂ ਡਿਊਟੀਆਂ। ਇਹਨਾਂ ਦੀਆਂ ਆਪਣੀਆਂ ਹੱਦਾਂ ਹੋਣੀਆਂ ਚਾਹੀਦੀਆਂ। ਇਹ ਹੁਣ ਦੂਜੀ ਤਰਾਸਦੀ ਸਾਡੇ ਭਾਰਤ ਦੀ ਕੀ ਆ ਸੰਜੀਵ ਜੀ, ਅਸੀਂ 5ਵੀਂ ਫੇਲ ਬੰਦੇ ਦੇ ਕੋਲ BA MA ਕਰਕੇ ਤਾਂ ਨੌਕਰੀ ਮੰਗਣ ਜਾਂਦੇ ਆ। 5ਵੀਂ ਫੇਲ ਹੋਵੇ ਚਾਹੇ ਉਹ 10ਵੀਂ ਫੇਲ ਹੋਵੇ, ਸਾਡੇ ਕੋਲ ਸਿੱਖਿਆ ਮੰਤਰੀ ਜਿਹੜੇ ਹੈਗੇ ਉਹ ਡਾਕਟਰੇਟ ਨਹੀਂ ਕਰਕੇ ਬੈਠੇ ਹੁੰਦੇ, ਬਸ ਉਹਨਾਂ ਨੂੰ ਇਹ ਹੈਗਾ ਆ ਕਿ ਉਹ ਇਲੈਕਸ਼ਨ ਦੇ ਵਿੱਚ ਖੜੇ ਹੋਏ ਨੇ ਤੇ ਉਹਨਾਂ ਨੂੰ ਵੋਟ ਪੈ ਗਈ ਆ। ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਕੀ ਦੁੱਖ ਪਤਾ ਕਿ PhD ਕਰਨ ਮਗਰੋਂ ਜਿਹੜਾ ਬੰਦਾ ਪ੍ਰਾਇਮਰੀ ਸਕੂਲ ਵਾਲਿਆਂ ਨੂੰ ਪੜ੍ਹਾਉਣ ਲੱਗਾ ਉਹ ਅੰਦਰੋਂ ਅੰਦਰੀ ਕਿੰਨੀ ਵਾਰੀ ਮਰਦਾ। ਬਿਲਕੁਲ ਸਹੀ ਗੱਲ ਹੈ। ਔਰ ਕਿਹਾ ਜਾਂਦਾ ਹੈ ਕਿ ਮਜ਼ਾਕ ਦੇ ਵਿੱਚ ਗੱਲ ਕਰਦੇ ਨੇ ਕਈ ਮਾਹਿਰ ਐਕਸਪਰਟ, ਕਹਿੰਦੇ ਨੇ ਕਿ ਜਿਹੜਾ ਸਕੂਲ ਦੇ ਵਿੱਚ ਨਾ ਬਹੁਤ ਜ਼ਿਆਦਾ ਪੜ੍ਹਨ ਲਿਖਣ ਵਾਲਾ ਹੁੰਦਾ, ਬਹੁਤ ਗਹਿਰਾਈ 'ਚ ਉਤਰਨ ਵਾਲਾ ਹੁੰਦਾ, ਉਹ ਬਣਦਾ ਸਾਇੰਟਿਸਟ, ਉਹ ਬਣਦਾ ਵਿਚਾਰਕ, ਜੋ ਦੂਜਿਆਂ ਨੂੰ ਸਮਾਜ ਨੂੰ ਸੇਧ ਦਿੰਦਾ, ਉਸ ਪੋਸਟ ਤੇ ਆਉਂਦਾ। ਜਿਹੜਾ ਉਸ ਤੋਂ ਘੱਟ ਪੜ੍ਹਨ ਲਿਖਣ ਵਾਲਾ ਹੁੰਦਾ ਉਹ ਐਡਮਿਨਿਸਟ੍ਰੇਸ਼ਨ 'ਚ ਚਲਾ ਜਾਂਦਾ, ਪ੍ਰਸ਼ਾਸਨ 'ਚ ਚਲਾ ਜਾਂਦਾ, ਉਹ ਉਹਨਾਂ ਦੇ ਉੱਤੇ ਰੂਲ ਕਰਦਾ, ਉਹਨਾਂ ਨੂੰ ਦੱਸਦਾ ਹੈ ਵਿਗਿਆਨਿਕਾਂ ਨੂੰ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਬਿਲਕੁਲ। ਤੇ ਜਿਹੜਾ ਬਿਲਕੁਲ ਹੀ ਪੜ੍ਹਨਾ ਲਿਖਣਾ ਨਹੀਂ ਜਾਣਦਾ, ਬਹੁਤ ਹੀ ਘੱਟ ਜਾਣਦਾ, ਉਹ ਬਣ ਜਾਂਦਾ ਲੀਡਰ, ਰਾਜਨੀਤੀ ਦੇ ਵਿੱਚ ਆਉਂਦਾ, ਉਹ ਦੋਨਾਂ ਨੂੰ ਦੱਸਦਾ
ਐਡਮਿਨਿਸਟ੍ਰੇਸ਼ਨ ਵਾਲਿਆਂ ਨੂੰ ਵੀ ਦੱਸਦਾ ਤੇ ਸਾਇੰਟਿਸਟ ਨੂੰ ਵੀ ਦੱਸਦਾ। ਸੋ ਇਹ ਹਾਲਤ ਹੈ ਜੋ ਸਾਡੇ ਮਾਹਿਰ ਮੰਨਦੇ ਨੇ ਮਜ਼ਾਕ ਕਰਦੇ। ਅੱਛਾ, ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਮੰਤਰੀ ਬਣਾਏ ਜਾਂਦੇ ਆ ਜਾਂ ਫਿਰ ਇਹ ਜਿਹੜੇ ਮੰਤਰੀਆਂ ਦੀ ਕੋਈ ਕੁਆਲੀਫਿਕੇਸ਼ਨ ਰੱਖੀ ਹੋਣੀ ਚਾਹੀਦੀ ਹੈ ਕਾਨੂੰਨੀ ਤੌਰ ਦੇ ਉੱਤੇ? ਜਿਹੜਾ ਇੱਕ ਸਿੱਖਿਆ ਮੰਤਰੀ ਹੋਵੇ ਉਹ ਘੱਟ ਤੋਂ ਘੱਟ ਡਾਕਟਰ ਲੈਵਲ ਦਾ ਹੋਵੇ। ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਜਿਹੜਾ ਕਾਨੂੰਨ ਮੰਤਰੀ ਹੋਵੇ ਉਹਨੂੰ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੋਣੀ ਚਾਹੀਦੀ ਹੈ। ਬਿਲਕੁਲ, ਨਾ ਕਿ ਇਹ ਨਾ ਹੋਵੇ ਵੀ ਕਦੀ ਉਹਨੂੰ ਰੇਤ ਦੀਆਂ ਖੱਡਾਂ ਤੇ ਲਾਤਾ, ਰੇਤ ਦੀਆਂ ਖੱਡਾਂ ਤੋਂ ਚੱਕ ਕੇ ਉਹਨੂੰ ਟਰਾਂਸਪੋਰਟ ਤੇ ਲਾਤਾ, ਟਰਾਂਸਪੋਰਟ ਤੋਂ ਬਾਅਦ ਵਿੱਚ ਪਤਾ ਲੱਗਾ ਉਹਦੇ ਕੋਲ ਮਹਿਕਮਾ ਜਿਹੜਾ ਹੈਗਾ ਉਹ ਨਿਆਂਪਾਲਿਕਾ ਵਾਲਾ ਵੀ ਆ, ਹੈਨਾ। ਸੋ ਪੰਜਾਬ ਦੀ ਨਿਆਂ ਵਿਵਸਥਾ ਵਾਲਾ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਇਹ ਕਹ ਲਓ ਕਿ ਇੱਕ ਮਿਲਗੋਬਾ ਬਣਾਉਂਦੀਆਂ ਸਾਡੀ ਪ੍ਰਣਾਲੀ ਦਾ, ਸਾਡੀ ਵਿਵਸਥਾ ਦਾ। ਸਾਡੀ ਪੰਜਾਬ ਦੀ ਜਿਹੜੀ ਵਿਵਸਥਾ ਹੈ ਉਹਦੇ ਵਿੱਚ ਸਾਡਾ ਵਰਗ ਜਿਹੜਾ ਹੈਗਾ ਉਹ ਸੰਘਰਸ਼ ਇਸੇ ਕਰਕੇ ਕਰ ਰਿਹਾ, ਹਰ ਵਰਗ ਸੰਘਰਸ਼ ਕਰ ਰਿਹਾ। ਉਹ ਕਾਰਨ ਕੀ ਹੈ? ਕਿਉਂਕਿ ਜਦੋਂ ਲੋਕਾਂ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਉਹ ਫਿਰ ਰੁੱਖ ਕਰਦੇ ਨੇ ਬਾਹਰ ਦਾ। ਕੋਈ ਦੁਬਈ ਜਾਂਦਾ, ਕੋਈ ਕੁਵੈਤ ਜਾਂਦਾ, ਕੋਈ USA, ਕੈਨੇਡਾ, ਕਿਤੇ ਨਾ ਕਿਤੇ ਜਾ ਕੇ ਅਗਲੇ ਨੇ ਆਪਣਾ ਰਿਜ਼ਕ ਤਾਂ ਭਾਈ ਲੱਭਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਰੋਟੀ ਇੱਥੋਂ ਨਹੀਂ ਲੱਭਦੀ ਤਾਂ ਫਿਰ ਉੱਥੇ ਜਾ ਕੇ ਕਮਾਉਣੀ ਪੈਣੀ ਆ। ਪਰ ਤੁਸੀਂ ਇਹ ਦੱਸੋ ਵੀ ਉੱਥੋਂ ਦੀ ਸਰਕਾਰ ਫਿਰ ਕਿੱਦਾਂ ਚੰਗੀ ਜਿਹੜੀ ਹੈਗੀ ਉਹ ਸਾਡਿਆਂ ਨੂੰ ਵੀ ਲੱਗਦੀ? ਇਹੀ ਗੱਲ ਆ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬੰਦਾ ਜਿਸ ਫੀਲਡ ਦਾ ਐਕਸਪਰਟ ਆ ਉਹਨੂੰ ਉਹ ਮਹਿਕਮਾ ਦੇਣਾ ਚਾਹੀਦਾ ਕਿ ਉਹਦਾ ਸੋਚ, ਉਹਦਾ ਦਿਮਾਗ ਉਧਰ ਨੂੰ ਜਾਂਦਾ, ਉਹਨੂੰ ਉਹੀ ਕੰਮ ਕਰਵਾਓ ਜਿਸ ਦੇ ਉਹ ਲਾਇਕ ਹੈ, ਜਿਸ ਦੇ ਉਹਦੇ ਕੋਲ ਕੁਆਲੀਫਿਕੇਸ਼ਨ ਹੈ। ਦੂਜਾ ਜਿਹੜਾ ਵਿਦੇਸ਼ਾਂ ਜਾਣ ਦੀ ਗੱਲ, ਦੇਖੋ ਸਾਡੇ ਕੋਲ ਜਿਹੜੀ ਮੈਨ ਪਾਵਰ ਹੈ, ਜਿੰਨੀ ਸਾਡੀ ਜਨਸੰਖਿਆ ਹੈ, ਜੇ ਉਸ ਨੂੰ ਸਾਰਿਆਂ ਨੂੰ ਕੰਮ ਦਿੱਤਾ ਜਾਵੇ ਤਾਂ ਦੇਖੋ ਪੰਜਾਬ, ਭਾਰਤ ਕਿੱਥੇ ਜਾ ਕੇ ਖੜਾ ਹੋਊਗਾ। ਪਰ ਅਸੀਂ ਆਪਣੇ ਹੀ ਦੇਸ਼ ਦੇ ਲੋਕਾਂ ਦੇ ਜਿਹੜੇ ਹੁਨਰ ਨੇ ਉਹਨਾਂ ਦੀ ਵਰਤੋਂ ਨਹੀਂ ਕਰਦੇ। ਤੇ ਪਰ ਜਿਹੜੇ ਵਿਦੇਸ਼ 'ਚ ਬੈਠੇ ਲੋਕ ਨੇ, ਪਰ ਜਿਹੜੇ ਵਿਦੇਸ਼ ਦੇ ਐਕਸਪਰਟ ਨੇ, ਪਰ ਜਿਹੜੇ ਵਿਦੇਸ਼ ਦੀਆਂ ਗਵਰਨਮੈਂਟਸ ਨੇ, ਉਹ ਇਸ ਚੀਜ਼ ਨੂੰ ਸਮਝਦੀਆਂ ਨੇ। ਦੇਖੋ ਉਹ ਕੰਮ ਕਰਨ ਵਾਲੇ ਨੂੰ ਇੱਜ਼ਤ ਵੀ ਦਿੰਦੇ ਨੇ, ਬੁਲਾਉਂਦੇ ਵੀ ਨੇ, ਉਹਨਾਂ ਨੂੰ ਬਣਦਾ ਉਹਨਾਂ ਦਾ ਮਾਣ ਸਤਿਕਾਰ ਵੀ ਦਿੰਦੇ ਆ, ਪੇਮੈਂਟਸ ਵੀ ਦਿੰਦੇ ਨੇ। ਉਹ ਤਾਂ ਹੀ ਫਿਰ ਭਗਵੰਤ ਮਾਨ ਹੁਣਾਂ ਨੇ ਕਿਹਾ ਹੋਣਾ ਵੀ ਇੱਥੇ ਗੋਰੇ ਵੀ ਕੰਮ ਕਰਨ ਵਾਸਤੇ ਆਉਣਗੇ ਨਾ, ਯਾਨੀ ਕਿ ਇੱਥੇ ਤੁਸੀਂ ਐਡਾ ਵਧੀਆ ਸਿਸਟਮ ਬਣਾ ਦੇਣਾ ਕਿ ਗੋਰਿਆਂ ਨੇ ਇੱਥੇ ਕੰਮ ਕਰਨ ਆਉਣਾ। ਪਰ ਗੱਲ ਇਹ ਹੈ ਕਿ ਫਿਲਹਾਲ ਇੱਥੇ ਬ੍ਰੇਨ ਡਰੇਨ ਹੋ ਰਹੀ ਆ, ਸਾਰੇ ਬਾਹਰ ਜਾ ਰਹੇ ਨੇ। ਸੋ ਜਿੰਨਾ ਇੰਟੈਲੈਕਟ ਆ, ਜਿੰਨੀ ਕਰੀਮ ਆ, ਅਮਰੀਕਾ ਤਾਂ ਚੱਲਦਾ ਹੀ ਇਸ ਸਿਸਟਮ ਦੇ ਉੱਤੇ ਹੈ ਕਿ ਉਹਨਾਂ ਨੇ ਸਾਰੇ ਜਿਹੜੇ ਬ੍ਰਿਲੀਅੰਟ ਬ੍ਰੇਨਸ ਨੇ ਆਪਣੇ ਕੋਲ ਲੈ ਜਾਣੇ ਨੇ। ਸਾਨੂੰ ਸਮਝਣ ਦੇ ਵਿੱਚ ਪਰੇਸ਼ਾਨੀ ਹੋ ਗਈ। ਕਿਸ ਚੀਜ਼ ਤੋਂ? ਮੈਨੂੰ ਲੱਗਦਾ ਆ ਵੀ ਸਾਡੀ ਅੱਖ ਜਿਹੜੀ ਹੈਗੀ ਆ ਉਹ ਵਿਚੋਲੇ ਵਾਲੀ ਨਹੀਂ ਰਹੀ। ਅੱਛਾ ਜੀ। ਮੈਨੂੰ ਲੱਗਦਾ ਆ ਵੀ ਸਾਨੂੰ ਦੂਸਰੇ ਤਰੀਕੇ ਨਾਲ ਸਮਝਣਾ ਪੈਣਾ। ਇੱਕ ਸੀਗਾ ਬੰਦਾ, ਬਾਬਾ ਬਿਰਤੀ ਵਾਲਾ ਬੰਦਾ ਸੀਗਾ, ਬਹੁਤ ਸਿਆਣਾ ਬੰਦਾ ਸੀਗਾ, ਬੜਾ ਸਤਿਕਾਰਯੋਗ ਸੀਗਾ। ਹਾਂਜੀ। ਸਵੇਰੇ ਸਵੇਰੇ ਕਿਤੇ ਸਮੁੰਦਰ ਤੇ ਗਿਆ, ਸਮੁੰਦਰ ਤੇ ਟਹਿਲਦੇ ਨੇ ਕੀ ਦੇਖਿਆ? ਉਹਨੇ ਦੇਖਿਆ ਵੀ ਇੱਕ ਬੰਦਾ ਜਿਹੜਾ ਹੈਗਾ ਮੁੰਡਾ ਸੀ, ਉਹ ਇੱਕ ਔਰਤ ਦੇ ਗੋਦੀ ਦੇ ਵਿੱਚ ਸਿਰ ਰੱਖ ਕੇ ਜਿਹੜਾ ਹੈਗਾ ਉਹ ਸੁੱਤਾ, ਗੱਲਾਂ ਕਰੀ ਜਾਵੇ ਨਾਲ ਸੁੱਤਾ ਸੀ। ਕੋਲ ਉਹਦੇ ਇੱਕ ਬੋਤਲ ਪਈ, ਹਾਂਜੀ, ਸ਼ਰਾਬ ਵਾਲੀ ਬੋਤਲ ਪਈ ਹੋਈ ਸੀਗੀ। ਤੇ ਫਿਰ ਜਿਹੜਾ ਸੰਤ, ਉਹਦਾ ਮਨ ਜਿਹੜਾ ਹੈਗਾ ਬੜਾ ਦੁਖੀ ਹੋਇਆ, ਕਹਿੰਦਾ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ? ਤੁਸੀਂ ਦੇਖੋ, ਮੈਂ ਸਵੇਰੇ ਅਜੇ ਜਿਹੜਾ ਹੈ ਉਹ ਇੱਧਰ ਘੁੰਮਣ ਆਇਆ ਤੇ ਇੱਕ ਦੇਖੋ ਮੈਂ ਸਾਧੂ ਬਿਰਤੀ ਦਾ ਬੰਦਾ, ਮੇਰੇ ਸਾਹਮਣੇ ਇੱਕ ਜਵਾਨ ਮੁੰਡਾ ਜਿਹੜਾ ਹੈਗਾ ਇੱਕ ਔਰਤ ਦੇ ਗੋਦੀ ਦੇ ਵਿੱਚ ਜਿਹੜਾ ਹੈਗਾ ਬੈਠਾ, ਉਹਦੇ ਕੋਲ ਜਿਹੜੇ ਹੈਗੇ ਉਹ ਬੋਤਲ ਪਈ ਹੈਗੀ ਆ, ਸ਼ਰਾਬ ਮਤਲਬ ਬੋਤਲ ਸੀਗੀ ਤੇ ਉੱਤੋਂ ਢੱਕਣ ਖੁੱਲਾ ਹੋਇਆ ਸੀਗਾ। ਇੱਕਦਮ ਉੱਥੇ ਨਾ ਆਵਾਜ਼ ਆਈ, ਬਚਾਓ 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 ਬਚਾਓ। ਸਮੁੰਦਰ ਦੇ ਵੱਲ ਨੂੰ ਉਹ ਮੁੰਡਾ ਉੱਠ ਕੇ ਦੌੜਿਆ, ਜਿਹੜਾ ਮੁੰਡਾ ਗੋਦੀ ਦੇ ਵਿੱਚ ਪਿਆ ਹੋਇਆ ਸੀਗਾ ਔਰਤ ਦੇ। ਇੱਕਦਮ ਦੌੜ ਕੇ ਜਾ ਕੇ ਤੇ ਸਮੁੰਦਰ ਦੇ ਵਿੱਚ ਕੋਈ ਡੁੱਬ ਰਿਹਾ ਸੀਗਾ, ਉਹਨੂੰ ਜਾ ਕੇ ਬਚਾ ਲਿਆ। ਅੱਛਾ। ਸਾਧੂ ਆਪ ਨਹੀਂ ਦੌੜਿਆ ਕਿਉਂਕਿ ਸਾਧੂ ਨੂੰ ਤੈਰਨਾ ਨਹੀਂ ਆਉਂਦਾ ਸੀ, ਉਹਨੂੰ ਪਤਾ ਹੀ ਨਹੀਂ ਸੀ ਕਿੱਦਾਂ ਬਚਾਉਣਾ। ਜਿਹੜਾ ਉੱਥੇ ਗਿਆ ਸੀ ਸਿਆਣਾ ਬੰਦਾ। ਹੁਣ ਸਿਆਣੇ ਬੰਦੇ ਦੀ ਸੋਚ ਇਹ ਸੀਗੀ ਵੀ ਇਹ ਜਿਹੜਾ ਹੈਗਾ ਬੰਦਾ, ਇਹ ਹੁਣ ਦੇਖੋ, ਹੁਣ ਅਗਲੇ ਕਹਿੰਦੇ ਵੀ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ। ਹੁਣ ਜਿਹੜਾ ਬਚਾਉਣ ਵਾਲਾ ਸੀਗਾ ਉਹ ਮੁੰਡਾ, ਉਹਨੂੰ ਜਾ ਕੇ ਪੁੱਛਿਆ ਵੀ ਕਾਕਾ ਦੱਸ ਵੀ ਤੂੰ ਇੰਨਾ ਵਧੀਆ ਕੰਮ ਕੀਤਾ, ਇੰਨਾ ਸੋਹਣਾ ਸਾਰਾ ਕੁਝ ਹੋਇਆ, ਤੂੰ ਦੌੜ ਕੇ ਜਾ ਕੇ ਮੁੰਡੇ ਨੂੰ ਬਚਾ ਲਿਆ, ਉਹ ਤੂੰ ਆ ਔਰਤ ਦੇ ਗੋਦੀ 'ਚ ਸਿਰ ਰੱਖ ਕੇ ਜਿਹੜਾ ਹੈਗਾ ਉਹ ਗੱਲਾਂ ਕਰੀ ਜਾਣਾ, ਆਹ ਸ਼ਰਾਬ ਦੀ ਬੋਤਲ ਆ ਦੇਖ ਖਾਲੀ ਕਰਕੇ ਤੂੰ ਸੁੱਟੀ ਆ। ਕਹਿੰਦਾ ਨਹੀਂ ਜੀ, ਇਹ ਗੱਲ ਤੁਹਾਡੀ ਬਿਲਕੁਲ ਗਲਤ ਆ। ਦਰਅਸਲ ਗੱਲ ਇੱਦਾਂ ਹੋਈ ਵੀ ਮੈਂ ਹੋਇਆ ਸੀਗਾ ਥੱਕਿਆ ਤੇ ਮੇਰੀ ਮਾਂ, ਸਮੁੰਦਰ ਦਾ ਪਾਣੀ ਪੀਣ ਯੋਗ ਨਹੀਂ ਹੁੰਦਾ, ਮੇਰੀ ਮਾਂ ਜਿਹੜੀ ਹੈਗੀ ਆ ਉਹ ਮੇਰੇ ਵਾਸਤੇ ਉਧਰੋਂ ਪਾਣੀ ਲੈ ਕੇ ਆਈ ਆ ਘਰਾਂ ਚੋਂ, ਤੇ ਪਾਣੀ ਜਿਹੜਾ ਹੈਗਾ ਉਹਦੇ ਵਾਸਤੇ ਉਹਨੂੰ ਕੋਈ ਭਾਂਡਾ ਭੁੰਡਾ ਨਹੀਂ ਲੱਭਿਆ, ਉਹਨੇ ਫਿਰ ਇਸ ਬੋਤਲ ਦੇ ਵਿੱਚ ਹੀ ਧੋ ਬਣਾ ਕੇ ਤੇ ਇਸ ਬੋਤਲ 'ਚ ਪਾਣੀ ਪਾ ਕੇ ਤਾਂ ਮੈਨੂੰ ਲਿਆ ਕੇ ਦਿੱਤਾ।
ਤੇ ਉਸ ਤੋਂ ਬਾਅਦ ਵਿੱਚ ਮੈਂ ਕਿਹਾ ਵੀ ਮਾਂ ਵੀ ਮੈਨੂੰ ਮੱਛੀਆਂ ਫੜਦੇ ਨੂੰ ਇੰਨੀ ਦੇਰ ਹੋ ਗਈ ਆ, ਵੀ ਮੈਨੂੰ ਆਪਣੀ ਗੋਦੀ ਦੇ ਵਿੱਚ ਜਿਹੜਾ ਹੈਗਾ 2 ਮਿੰਟ ਬਿਠਾ ਲਾ ਹੈ, ਮੈਨੂੰ ਸਵਾ ਦੇ ਹੈ। ਕਹਿੰਦਾ ਉਹ ਮਾਂ ਮੇਰੇ ਕਹਿੰਦਾ ਬਾਲਾਂ 'ਚ ਹੱਥ ਤਾਂ ਫੇਰਦੀ ਸੀਗੀ, ਮੈਂ ਉਹਦੀ ਗੋਦੀ ਦੇ ਵਿੱਚ ਤਾਂ ਸਿਰ ਰੱਖਿਆ ਸੀ, ਮੇਰੀ ਮਾਂ ਆ ਵੀ ਮੈਨੂੰ ਨੀਂਦ ਆ ਜਾਊਗੀ। ਦੇਖੋ ਤੇ ਜਿਹੜਾ ਉਹ ਬਾਬਾ ਸੀ, ਜਿਹੜਾ ਉਹ ਸਿਆਣਾ ਬੰਦਾ ਸੀ, ਉਹ ਕਹਿੰਦਾ ਭਾਈ ਮੈਂ ਜੋੜੇ ਹੱਥ, ਮੈਂ ਏਡਾ ਸਿਆਣਾ ਨਹੀਂ ਹੈਗਾ ਵੀ ਜਿਹੜਾ ਲੋਕਾਂ ਨੂੰ ਜੱਜ ਕਰ ਸਕਾਂ। ਦੂਜੀ ਗੱਲ ਇਹ ਸੰਜੀਵ ਜੀ, ਫੈਸਲਾ ਲੈਣ ਤੋਂ ਪਹਿਲਾਂ ਬਿਲਕੁਲ ਸਹੀ ਗੱਲ, ਹਰ ਚੀਜ਼ ਦੀ ਘੋਖ ਪੜਤਾਲ ਕਰ ਲੈਣੀ ਚਾਹੀਦੀ ਹੈ। ਇੱਕ ਪਰਸੈਪਸ਼ਨ ਨਾ ਸਾਡੇ ਮਾਈਂਡ 'ਚ ਪਹਿਲਾਂ ਹੀ ਬਣੀ ਹੁੰਦੀ ਹੈ, ਅਸੀਂ ਪਹਿਲਾਂ ਹੀ ਡਿਸੀਜਨ ਲੈ ਕੇ ਤੁਰੇ ਹੁੰਦੇ ਆ ਕਿ ਇਹ ਗੱਲ ਇਦਾਂ ਹੀ ਆ। ਫਿਰ ਕੀ ਹੁੰਦਾ ਕਿ ਸੱਚਾਈ ਨੂੰ ਸਮਝਣਾ ਸਾਡੇ ਵਾਸਤੇ ਮੁਸ਼ਕਲ ਹੋ ਜਾਂਦਾ, ਜਦ ਕਿ ਅਸੀਂ ਬਿਲਕੁਲ ਕੋਰੇ ਹੋ ਕੇ ਤੁਰੀਏ, ਪਹਿਲਾਂ ਦੇਖ ਤਾਂ ਲਈਏ, ਘੋਖ ਤਾਂ ਲਈਏ ਗੱਲ ਕੀ ਹੈਗੀ, ਤਾਂ ਜਾ ਕੇ ਕਿਤੇ ਪਹੁੰਚਾਂਗੇ। ਕਿਤੇ ਨਾ ਕਿਤੇ ਗੱਲ ਇਹ ਹੁੰਦੀ ਆ ਅੱਜ ਕੱਲ, ਜਿਸ ਤਰ੍ਹਾਂ ਇਹ ਪੋਲਿਟਿਕਸ ਚੱਲਦਾ ਪਿਆ, ਜਿੱਦਾਂ ਹੁਣ ਆਮ ਆਦਮੀ ਪਾਰਟੀ ਨੂੰ ਪੁੱਛਿਆ ਜਾਵੇ ਤੁਹਾਡੀ ਵਿਚਾਰਧਾਰਾ ਕੀ ਹੈ, ਕੀ ਤੁਹਾਡਾ ਥਾਟ ਪ੍ਰੋਸੈਸ ਆ, ਆਈਡੀਓਲੋਜੀ ਕੀ ਹੈ, ਸਿੰਪਲ ਗੱਲ ਤੁਹਾਨੂੰ ਇਹ ਮਿਲੇਗੀ ਕਿ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਿੱਦਾਂ ਕਰਨਾ, ਦੈਟਸ ਆਲ। ਕੋਈ ਤੁਸੀਂ ਦੇਖੋ ਕੋਈ ਉਹਨਾਂ ਦਾ ਇਦਾਂ ਦਾ ਸਿਲਸਿਲਾ ਨਹੀਂ ਮਿਲਦਾ ਜਿੱਦਾਂ ਬਾਕੀ ਪਾਰਟੀਆਂ ਦਾ ਮਿਲਦਾ ਕਿ ਇੱਕ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਨੇ। ਇਹ ਸਿਰਫ ਇੱਕ ਪ੍ਰੋਬਲਮਸ ਨੂੰ ਆਪਾਂ ਕਿੱਦਾਂ ਸੋਲਵ ਕਰਨਾ ਹੈ, ਪੈਂਦੀ ਸੱਟੇ ਜਾਂ ਔਨ ਦਾ ਸਪੌਟ, ਉਸ ਦੇ ਉੱਤੇ ਉਹ ਅਮਲ ਕਰਦੇ ਨੇ। ਇਹ ਸਟ੍ਰੈਟਜੀ ਦੇਖੀ ਜਾਵੇ ਤਾਂ ਇੱਕ ਬਿਜ਼ਨਸ ਦੀ ਸਟ੍ਰੈਟਜੀ ਆ, ਮਾਰਕੀਟਿੰਗ ਦੀ ਸਟ੍ਰੈਟਜੀ ਕਹਿ ਸਕਦੇ ਹੋ। ਮਤਲਬ ਜੋ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਜੋ ਮੈਨੇਜਮੈਂਟ ਹੁੰਦੀ ਆ, ਉਹ ਸਾਰੀ ਇਸੇ ਚੀਜ਼ ਦੀ ਪੜ੍ਹਾਈ ਆ ਕਿ ਤੁਸੀਂ ਮੌਕੇ ਦੇ ਉੱਤੇ ਆ ਕੇ ਕਿੱਦਾਂ ਉਸ ਪ੍ਰੋਬਲਮ ਨੂੰ ਸੋਲਵ ਕਰਨਾ। ਜਿੱਦਾਂ ਉਹ ਮੁੰਡਾ ਭੱਜ ਕੇ ਗਿਆ ਤੇ ਬਚਾ ਕੇ ਲੈ ਆਇਆ, ਉਹਦੀ ਕੋਈ ਆਈਡੀਓਲੋਜੀ ਨਹੀਂ ਉਸ ਵਕਤ, ਉਹਨੂੰ ਜਿਉਣਾ ਆਉਂਦਾ, ਤੇ ਜਿਉਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਖੁਦ ਵੀ ਬਚਣਾ ਜਾਣਦੇ ਹੋ ਤੇ ਦੂਜੇ ਨੂੰ ਬਚਾਉਣਾ ਵੀ ਜਾਣਦੇ ਹੋ। ਵੱਡੀਆਂ ਪੁਸਤਕਾਂ ਜ਼ਰੂਰ ਹੈ ਤੁਸੀਂ ਪੜ੍ਹੋ, ਪਰ ਜਦੋਂ ਉਹਦੇ 'ਚ ਪੜ੍ਹਿਆ ਹੋਇਆ ਤੁਸੀਂ ਅਮਲ ਦੇ ਵਿੱਚ ਲੈ ਕੇ ਆਉਂਦੇ ਹੋ ਤਾਂ ਜਾ ਕੇ ਗੱਲ ਬਣੇਗੀ। ਉੱਥੇ ਉਹ ਮਾਂ ਦੀ ਸਿੱਖਿਆ ਲੈ ਕੇ ਬੈਠਾ ਹੋਇਆ, ਐਵੇਂ ਨਹੀਂ ਮਾਂ ਦੀ ਗੋਦੀ 'ਚ ਲੇਟਿਆ ਹੋਇਆ, ਉਹ ਮਾਂ ਦੀ ਸਿੱਖਿਆ ਤੇ ਤੁਰਦਾ, ਉਹਦੇ ਅੰਦਰ ਉਹ ਚੀਜ਼ ਹੈਗੀ ਆ। ਤਾਂ ਗੱਲ ਇਹ ਆ ਕਿ ਜਦੋਂ ਕਿਸੇ ਚੀਜ਼ ਨੂੰ ਮੌਕਾ ਮਿਲਦਾ ਆਪਣੇ ਹੁਨਰ ਨੂੰ ਵਿਖਾਉਣ ਦਾ, ਉਸ ਵਕਤ ਜਦੋਂ ਉਹ ਹੁਨਰ ਦਾ ਮੁੱਲ ਪੈ ਜਾਂਦਾ, ਜਦੋਂ ਉਹ ਹੁਨਰ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਂਦਾ। ਇੱਥੋਂ ਮੈਨੂੰ ਗੱਲ ਚੇਤੇ ਆਈ, ਉਹ ਵੀ ਮੈਂ ਸੁਣਾਉਂਗਾ। ਪਹਿਲਾਂ ਤੁਸੀਂ ਦੱਸੋ ਤੁਹਾਡੇ ਅੰਦਰ ਕਿਹੜਾ ਵਲਵਲਾ ਆਉਂਦਾ ਪਿਆ? ਇਹ ਵਲਵਲਾ ਇਹ ਮੈਂ ਨਾਲ ਤੁਹਾਡੀ ਗੱਲ ਤੇ ਜੋੜਨ ਲੱਗਾ ਸੀਗਾ ਵੀ ਕਲਾ ਤਾਂ ਸਾਡੇ ਪੰਜਾਬੀਆਂ ਦੇ ਵਿੱਚ ਹੱਥਾਂ ਦੇ ਵਿੱਚ ਬਹੁਤ ਹੈਗੀ ਆ, ਕੁੱਟ-ਕੁੱਟ ਕੇ ਭਰੀ ਹੈ, ਕੁੱਟ-ਕੁੱਟ ਕੇ ਭਰੀ ਹੋਈ ਆ। ਹਰ ਇੱਕ ਬੰਦਾ ਕਲਾਕਾਰ ਹੈ ਇੱਥੇ, ਤੇ ਕਲਾਕਾਰ ਇਹ ਨਹੀਂ ਵੀ ਇਕੱਲੇ ਗਾਉਣ ਵਾਲੀ ਆ, ਵੀ ਹਰ ਇੱਕ ਕਿਸਮ ਦਾ ਕਲਾਕਾਰ ਹੈਗਾ। ਕਿਸਮ ਨਹੀਂ, ਮੈਂ ਕਿਸਬ ਕਹਿੰਦਾ ਇਹਨੂੰ, ਕਿਉਂਕਿ ਕਿਸਬ ਜਿਹੜੀ ਹੁੰਦੀ ਆ ਉਹ ਕਲਾ ਦੇ ਨਾਲ ਜੁੜੀ ਹੋਈ ਹੁੰਦੀ ਆ, ਉਹ ਕਿਰਤ ਨਾਲ ਜੁੜਦੀ ਆ। ਸੋ ਹਰ ਬੰਦਾ ਜਿਹੜਾ ਹੈਗਾ ਉਹ ਕਿਰਤ ਕਰਨੀ ਜਾਣਦਾ, ਬਸ ਉਹ ਸ਼ਰਮਾਉਂਦਾ ਰਹਿੰਦਾ। ਬਿਲਕੁਲ ਮੈਨੂੰ ਨਾ ਆਹ ਕੰਮ ਕਰਦੇ ਨੂੰ ਵੇਖ ਕੇ ਲੋਕੀ ਕੀ ਸੋਚਣਗੇ, ਤੇ ਜੇ ਲੋਕੀ ਕਹਿਣਗੇ ਤਾਂ ਫਿਰ ਕਹਿੰਦੇ ਰਹਿਣ। ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ, ਹਾਂ ਇਹ ਰੋਗ ਹਟ ਜਾਣਾ ਚਾਹੀਦਾ। ਬਿਲਕੁਲ। ਆ ਤੁਸੀਂ ਜਿਹੜਾ ਬਚਾਉਣ ਦੀ ਗੱਲ ਕੀਤੀ ਸੀ ਨਾ, ਲੋਕ ਕੀ ਸੋਚਣਗੇ, ਜੇ ਇਹ ਵੀ ਆਪਾਂ ਹੀ ਸੋਚਣਾ ਤਾਂ ਫਿਰ ਲੋਕਾਂ ਨੇ ਕੀ ਸੋਚਣਾ? ਇਹ ਅਸੀਂ ਸੋਚਦੇ ਆ, ਲੋਕਾਂ ਕੋਲ ਵੇਲ ਕਿੱਥੇ ਦੂਜੇ ਬਾਰੇ ਸੋਚਣ ਦਾ। ਬਿਲਕੁਲ। ਤਾਂ ਆ ਜਿਹੜੀ ਤੁਸੀਂ ਬਚਾਉਣ ਦੀ ਗੱਲ ਕੀਤੀ ਹੈ ਨਾ, ਇੱਥੋਂ ਮੈਨੂੰ ਇੱਕ ਗੱਲ ਯਾਦ ਆਈ। ਇੱਕ ਜਣਾ ਨਹਿਰ 'ਚ ਡੁੱਬਦਾ ਪਿਆ, ਸਾਰੇ ਜਾਣੇ ਪੁਲ ਤੇ ਖੜੇ, ਉਹ ਬਚਾਓ ਯਾਰ ਉਹ ਗਿਆ, ਬਚਾਓ ਯਾਰ ਗਿਆ। ਇੰਨੇ ਨੂੰ ਇੱਕ ਬੰਦੇ ਨੇ ਛਾਲ ਮਾਰੀ, ਅੱਛਾ ਜੀ, ਬਚਾ ਕੇ ਲੈ ਆਇਆ। ਸਭ ਨੇ ਸ਼ਾਬਾਸ਼ੀ ਦਿੱਤੀ, ਬਹੁਤ ਵਧੀਆ ਬਹੁਤ ਵਧੀਆ। ਕਹਿੰਦਾ ਉਹ ਤਾਂ ਠੀਕ ਹੈ, ਪਹਿਲਾਂ ਇਹ ਦੱਸੋ ਮੈਨੂੰ ਧੱਕਾ ਕਿਹਨੇ ਦਿੱਤਾ ਸੀ? ਧੱਕਾ ਕਿਹਨੇ ਦਿੱਤਾ ਸੀ? ਮਤਲਬ ਉਹ ਜ਼ਬਰਦਸਤੀ ਦਾ ਬਹਾਦਰ ਬਣ ਗਿਆ। ਹਾਂਜੀ। ਸੋ ਸ਼ੈਕਸਪੀਅਰ ਵੀ ਇਦਾਂ ਕਹਿੰਦਾ ਜੀ, ਕਹਿੰਦਾ ਕਿ ਕੁਝ ਲੋਕ ਤਾਂ ਮਹਾਨ ਪੈਦਾ ਹੁੰਦੇ ਨੇ ਜੀ, ਪਰ ਕੁਝ ਲੋਕਾਂ ਦੇ ਉੱਤੇ ਨਾ ਮਹਾਨਤਾ ਅਸੀਂ ਮੜ ਦਿੰਦੇ ਆ ਜ਼ਬਰਦਸਤੀ ਨਾਲ, ਉਹ ਮਹਾਨ ਹੁੰਦੇ ਨਹੀਂ। ਤੇ ਕੁਝ ਲੋਕ ਇਦਾਂ ਦੇ ਹੁੰਦੇ ਨੇ, ਉਹ ਮਹਾਨ ਬਣਨ ਦਾ ਨਾਟਕ ਕਰਦੇ ਨੇ, ਪਰ ਸਮਾਂ ਆਉਣ ਤੇ ਉਹਨਾਂ ਦੀ ਸੱਚਾਈ ਸਾਹਮਣੇ ਆ ਜਾਂਦੀ ਹੈ। ਸਰਕਾਰਾਂ ਦਾ ਵੀ ਇਹੀ ਹਾਲ ਹੈਗਾ ਆ, ਬਹੁਤੀਆਂ ਸਿਆਣੀਆਂ ਬਣਦੀਆਂ ਰਹਿੰਦੀਆਂ ਆ, ਬਹੁਤੀਆਂ ਸਿਆਣੀਆਂ ਗੱਲਾਂ ਕਰਦੀਆਂ ਰਹਿੰਦੀਆਂ, ਪਰ ਜਦੋਂ ਪ੍ਰੈਕਟੀਕਲੀ ਦੇਖਦੇ ਆ ਤਾਂ ਉਹ ਬਿਲਕੁਲ ਠੁੱਸ ਹੋ ਜਾਂਦੀਆਂ ਆ। ਤੇ ਜਿੰਨੀਆਂ ਸਿਆਣੀਆਂ, ਜਿੱਦਾਂ ਤੁਸੀਂ ਸਿਆਣੀਆਂ ਗੱਲਾਂ ਕਰਦੇ, ਇਦਾਂ ਹੀ ਸਰਕਾਰਾਂ ਕਰੀ ਜਾਂਦੀਆਂ। ਇੱਕ ਇਹਦੇ ਨਹੀਂ, ਤੁਸੀਂ ਠੋਸ ਨਹੀਂ ਹੈਗੇ, ਪਰ ਇਹਨਾਂ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਪਾਏਦਾਰ ਕਰਦੇ ਆ। ਤੁਸੀਂ ਤੁਹਾਡੇ ਵਰਗੇ ਇੱਕ ਸਿਆਣਾ ਬੰਦਾ, ਚਲੋ ਮੈਂ ਹੁਣ ਆਪਾਂ ਜੇ ਮਜ਼ਾਈਆ ਲਹਿਜੇ ਵਿੱਚ ਕਹਿਣਾ ਹੀ ਆ, ਤੇ ਤੁਹਾਡੇ ਵਰਗੇ ਇੱਕ ਮੁੰਡੇ ਨੂੰ ਕਿਤੇ ਨਾ ਇੱਕਦਮ ਅੱਗ ਲੱਗ ਗਈ, ਮਤਲਬ ਪਤਾ ਨਹੀਂ ਉਹਦੇ ਇੱਕਦਮ ਪਿੰਡੇ ਨੂੰ ਅੱਗ ਲੱਗ ਗਈ ਹੈ ਨਾ, ਕੱਪੜਿਆਂ ਨੂੰ। ਅੱਛਾ। ਤੇ ਲਾਗੇ ਸੀ ਨਹਿਰ, ਤੇ ਨਹਿਰ ਦੇ ਵਿੱਚ ਛਾਲ ਮਾਰਨ ਲੱਗਾ। ਤੁਹਾਡੇ ਵਰਗੇ ਸਿਆਣੇ ਬੰਦੇ ਨੂੰ ਰੋਕ ਦਿੱਤਾ। ਅੱਛਾ। ਕਹਿੰਦਾ ਨਾ 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 ਕਾਕਾ, ਪਾਣੀ 'ਚ ਨਾ ਛਾਲ ਮਾਰੀ, ਤੱਤਾ ਠੰਡਾ ਹੋ ਜਾਏਗਾ। ਹਾਂ ਦੱਸੋ ਆਪਾਂ ਲਿਆ ਲੋਕਾਂ ਵੀ ਉਸ ਵੇਲੇ ਉਹਨੂੰ ਜਾਨ ਬਚਾਉਣੀ ਹੈ ਕਿ ਤੱਤਾ ਠੰਡਾ ਦੇਖਣਾ ਹੈ ਨਾ। ਸੋ ਇਹ ਜਿਹੜੀ ਆ ਸਿਆਣ ਪਿਆ ਨਾ, ਇਹ ਸਰਕਾਰ ਨੂੰ ਆਪਣੇ ਕੋਲ ਰੱਖ ਕੇ ਪ੍ਰੈਕਟੀਕਲ ਹੋਣਾ ਪੈਣਾ। ਪ੍ਰੈਕਟੀਕਲ ਫੰਕਸ਼ਨਲ ਨੌਲੇਜ ਹੋਣੀ ਚਾਹੀਦੀ ਹੈ। ਦੇਖੋ ਕੱਲਾ ਮੰਤਰੀ 92 ਸੀਟਾਂ ਦਿੱਤੀਆਂ ਭਾਈ, 92 ਸੀਟਾਂ ਉੱਤੇ ਤੁਸੀਂ ਆਪਣਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਰਾਜ ਕਾਇਮ ਕਰਕੇ ਬੈਠੇ ਆ। ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਅੱਧੀ ਰਾਤ ਨੂੰ ਉੱਠ ਕੇ ਤਾਂ ਤੁਰ ਪੋ ਛਾਪੇ ਮਾਰਨ
ਤੁਸੀਂ ਪ੍ਰੈਕਟੀਕਲੀ ਕੁਝ ਤਾਂ ਕਰਕੇ ਦੇਖੋ, ਕੋਈ ਰੋਜ਼ਗਾਰ ਦੇ ਕੇ ਦਿਓ ਲੋਕਾਂ ਦੇ ਵਿੱਚ ਦੀ। ਤੁਸੀਂ ਜੇ ਵਿਚਰਨਾ ਆ ਤਾਂ ਦੇਖੋ, ਅਜੇ ਤੱਕ ਤਾਂ ਮੈਂ ਇਹ ਕਹਿੰਦਾ ਹੈ ਕਿ ਜੇ ਸਰਕਾਰ ਨੇ ਕੁਛ ਨਾ ਕੁਛ ਕੀਤਾ ਹੁੰਦਾ ਤਾਂ ਦਿਸਦਾ ਹੁੰਦਾ। ਹੁਣ ਵਿਰੋਧੀ ਪਾਰਟੀਆਂ ਨੂੰ ਵੀ ਜਿਹੜਾ ਹੈ, ਹੁਣ ਤੁਸੀਂ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਦੇਖ ਲਓ, ਉਹ ਕਹਿੰਦੇ ਵੀ 111 ਦਿਨਾਂ ਦੀ ਸਰਕਾਰ ਦੇ ਵਿੱਚ ਜਿਹੜੀ ਅਸੀਂ ਰੇਤਾ ਜਿਹੜੀ ਉਹ ਸਸਤੀ ਕੀਤੀ ਸੀਗੀ, ਉਹ ਹੁਣ ਇੱਥੇ ਆ ਕੇ ਉਹਨਾਂ ਨੂੰ ਮਹਿੰਗੀ ਕਰ ਦਿੱਤੀ ਆ। 16000 ਰੁਪਏ ਟਰਾਲੀ ਕਹਿੰਦੇ ਪਏ ਨੇ। ਹੁਣ ਤੁਸੀਂ ਦੱਸੋ ਤਾਂ ਗਰੀਬ ਬੰਦਾ ਜਿਹੜਾ ਹੈ ਉਹ ਛੱਤਣ ਤੋਂ ਪਹਿਲਾਂ ਆਪਣਾ ਮਕਾਨ ਤਾਂ 10 ਵਾਰੀ ਸੋਚੂਗਾ। ਬਿਲਕੁਲ ਸਹੀ। ਹੁਣ ਤੁਸੀਂ ਦੱਸੋ, ਜੇ ਇੰਨੀ ਮਹਿੰਗੀ ਰੇਤਾ ਦੇ ਨਾਲ ਮਕਾਨ ਪਾਇਆ ਜਾਊਗਾ, ਕਿੱਥੋਂ ਪੈਣੀਆਂ, ਕਿੱਥੋਂ ਪੂਰੀਆਂ ਪੈਣੀਆਂ? ਗੱਲ ਤਾਂ ਇਹੀ ਆ, ਜਦੋਂ ਆਪਾਂ ਗੱਲ ਕਰਦੇ ਆ ਰੋਟੀ ਦੀ, ਉੱਥੇ ਸਮੱਸਿਆ ਕੋਈ ਪਾਲਿਸੀ ਨਹੀਂ। ਜਦੋਂ ਆਪਾਂ ਗੱਲ ਕਰਦੇ ਆ ਮਕਾਨ ਦੀ, ਆ ਦੇਖ ਲਓ ਕਈ ਥਾਂ ਤੇ ਤਾਂ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ। ਹੁਣ ਆ ਤੁਹਾਡੇ ਸਾਹਮਣੇ ਨੇ, ਛੁਡਾਉਂਦੇ ਪਏ ਨੇ, ਕਹਿੰਦੇ ਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹਦੇ ਉੱਤੇ ਵੱਡੇ ਵੱਡੇ ਜਿਹੜੇ ਅਸਲ ਰਸੂਖ ਵਾਲੇ ਬੰਦੇ ਨੇ ਉਹ ਕਬਜ਼ੇ ਕਰਕੇ ਬੈਠੇ ਨੇ। ਦੇਖੋ ਹੁਣ ਕਿਵੇਂ ਛੁਡਾਉਣੇ ਨੇ। ਆ ਹੋ ਗਈ ਮਕਾਨ ਦੀ ਹਾਲਤ ਜੀ। ਕੱਪੜਾ ਉਹ ਵੀ ਤੁਹਾਡੇ ਸਾਹਮਣੇ ਕਿ ਜਿੰਨੀ ਕੁ ਪਰਚੇਜ਼ਿੰਗ ਪਾਵਰ ਸਾਡੇ ਕੋਲ ਹੈਗੀ ਆ, ਇਸ ਮਹੀਨੇ ਪਜਾਮਾ ਲੈ ਲੈਂਦੇ ਆ, ਅਗਲੇ ਮਹੀਨੇ ਕੁੜਤਾ ਲੈ ਲਾਂਗੇ, ਜਾਂ ਇਸ ਮਹੀਨੇ ਪਜਾਮਾ ਸਵਾ ਲੈਂਦੇ ਆ, ਅਗਲੇ ਮਹੀਨੇ ਕੁੜਤਾ ਸਵਾ ਲਾਂਗੇ। ਆਹ ਹਾਲਤ ਹੋਈ ਆ। ਸੋ ਇਹ ਹੈ ਕੱਪੜੇ ਦੀ ਹਾਲਤ। ਸਿੱਖਿਆ, ਕੋਵਿਡ ਦਾ ਅਸੀਂ ਦੇਖਿਆ ਜੋ 19 ਵਾਇਰਸ ਆਇਆ ਉਹਦੇ ਕਰਕੇ ਸਕੂਲਾਂ ਦੀ ਸਿੱਖਿਆ ਕਿੱਦਾਂ ਰੁਲੀ ਹੈ। ਆਨਲਾਈਨ ਐਜੂਕੇਸ਼ਨ ਔਰ ਆਨਲਾਈਨ ਐਜੂਕੇਸ਼ਨ ਦੇ ਵਿੱਚ ਜਿਹੜੇ ਮਾਪੇ ਨੇ ਉਹ ਖੁਦ ਆਪਣੇ ਬੱਚਿਆਂ ਦੇ ਐਗਜ਼ਾਮ ਸੋਲਵ ਕਰਦੇ ਪਏ ਨੇ। ਦੱਸੋ ਨੁਕਸਾਨ ਕਿਹਦਾ? ਸਰਕਾਰ ਦਾ ਹਾਲ ਪਤਾ ਸੰਜੀਵ ਜੀ ਕੀ ਹੋ ਗਿਆ? ਹਾਂਜੀ, ਸਰਕਾਰ ਦਾ ਹਾਲ ਇਹ ਹੋ ਗਿਆ ਕਿ ਸਰਕਾਰ ਗਲਤੀਆਂ ਦਰ ਗਲਤੀਆਂ ਕਰੀ ਜਾਂਦੀ ਆ। ਤੇ ਉਦਾਂ ਦਾ ਹਾਲ ਹੋ ਗਿਆ ਵੀ ਜਿੱਦਾਂ ਇੱਕ ਦਰਜੀ ਦੇ ਕੋਲੋਂ ਨਾ ਪਜਾਮਾ ਗਲਤ ਕੱਟ ਹੋ ਜਾਏ ਨਾ, ਤੇ ਫਿਰ ਉਹ ਜਿਹੜੇ ਹੈਗੇ ਉਹ ਕੀ ਹੁਣ ਮੈਂ ਕਹਿਣਾ ਵੀ ਇੱਥੇ ਪਤਾ ਨਹੀਂ ਲਫ਼ਜ਼ ਜਿਹੜਾ ਹੈਗਾ ਨਾ ਵੀ ਉਹ ਕੱਛੇ ਦੇ ਜਿਹੜੇ ਹੈਗੇ ਆ ਨਾ ਫਿਰ ਗੁਣ ਦੱਸਣੇ ਸ਼ੁਰੂ ਕਰ ਦਿੰਦਾ, ਕਿਉਂ ਕੱਟ ਹੋ ਗਿਆ, ਉਹ ਬਣਨਾ ਜਿਹੜਾ ਹੈਗਾ ਉਹ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਰਕਾਰ ਕਰ ਰਹੀ ਆ। ਸਰਕਾਰ ਨੂੰ ਚਾਹੀਦਾ ਭਾਈ ਸੰਜੀਦਗੀ ਦੇ ਨਾਲ ਸੋਚੇ ਵਿਚਾਰੇ ਤੇ ਫਿਰ ਕਿਸੇ ਨਾ ਕਿਸੇ ਨਤੀਜੇ ਉੱਤੇ ਪਹੁੰਚ ਕੇ ਤਾਂ ਲੋਕਾਂ ਦਾ ਭਲਾ ਕਰਨ ਵੱਲ ਧਿਆਨ ਦੇਵੇ। ਲੋਕਾਂ ਨੂੰ ਤਾਂ ਲੜਾਈ ਜਾਂਦੇ ਆ। ਅਮਨ ਕਾਨੂੰਨ ਦੀ ਵਿਵਸਥਾ ਤੁਸੀਂ ਦੇਖ ਲਓ, ਪਟਿਆਲਿਓਂ ਅਸੀਂ ਚੱਲੇ ਸੀਗੇ, ਅੱਜ ਇੰਟਰਨੈਟ ਜਿਹੜਾ ਹੈਗਾ ਉਹ ਚਾਲੂ ਹੋਇਆ। ਉਸ ਤੋਂ ਬਾਅਦ ਵਿੱਚ ਜਿਉਂ ਅਸੀਂ ਸੰਦੀਪ ਨੰਗਲ ਅੰਬੀਆਂ ਤੋਂ ਅਸੀਂ ਸ਼ੁਰੂ ਹੋਏ ਆ, ਕਤਲਾਂ ਦੇ ਮਾਮਲੇ ਜਿਹੜੇ ਹੈਗੇ ਲਗਾਤਾਰ ਵਧਦੇ ਜਾ ਰਹੇ ਆ। ਉਸ ਤੋਂ ਬਾਅਦ ਵਿੱਚ ਆ ਰੇਤ ਦੇ ਖੱਡਾਂ ਦੇ ਮਾਮਲੇ ਜਿਹੜੇ ਹੈਗੇ ਉਹ ਵਧਦੇ ਜਾ ਰਹੇ ਆ। ਨਾਜਾਇਜ਼ ਜਿਹੜੇ ਕਬਜ਼ੇ ਨੇ ਉਹ ਵਧਦੇ ਜਾ ਰਹੇ ਨੇ। ਉਸ ਤੋਂ ਬਾਅਦ ਵਿੱਚ ਜੇ ਅਸੀਂ ਰੋਟੀ ਦੀ ਵੀ ਗੱਲ ਕੀਤੀ ਹੈਗੀ ਆ ਤਾਂ ਗਰੀਬਾਂ ਤੱਕ ਪਹੁੰਚਣ ਵਾਲੀ ਕਣਕ ਦਾ ਵਿਖਿਆਨ ਜਿਸ ਤਰੀਕੇ ਨਾਲ ਆਪਾਂ ਕੀਤਾ, ਸਾਨੂੰ ਤਰਸ ਵੀ ਆ, ਦਿਲ ਦੇ ਵਿੱਚ ਕਿਤੇ ਨਾ ਕਿਤੇ ਦਰਦ ਵੀ ਸੀ, ਪਰ ਪ੍ਰੋਗਰਾਮ ਦੀ ਮਰਿਆਦਾ ਦਾ ਖਿਆਲ ਰੱਖਦੇ ਹੋਏ ਆਪਾਂ ਫਿਰ ਵੀ ਥੋੜਾ ਹਾਸੋਹੀਣਾ ਵੀ ਮਾਹੌਲ ਪੈਦਾ ਕਰਦੇ ਆ, ਹੈ ਨਾ। ਸਹੀ ਗੱਲ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣ ਵਾਸਤੇ ਮਜਬੂਰ ਕਰਦੀਆਂ ਵੀ ਨੇ। ਸਰਕਾਰ ਸੋਚਦੀ ਵੀ ਹੈ, ਪਰ ਸਰਕਾਰ ਦੇ ਕੋਲ ਜਿਹੜੀਆਂ ਨੀਤੀਆਂ ਨੇ ਜਾਂ ਫਿਰ ਦਿੱਲੀ ਵਾਲੀਆਂ ਜਿਹੜੀਆਂ ਨੀਤੀਆਂ ਨੇ, ਹੋ ਸਕਦਾ ਸ਼ਾਇਦ ਉਹਨਾਂ ਨਾਲ ਮੇਲ ਨਾ ਖਾਂਦੀ ਹੋਵੇ। ਇੱਕ ਦੌੜਾ ਨਾ ਬੰਦਾ ਕਿਤੇ ਡਾਕਟਰ ਕੋਲ ਗਿਆ, ਡਾਕਟਰ ਸਾਹਿਬ ਮੈਨੂੰ ਭੁੱਖ ਨਹੀਂ ਲੱਗਦੀ। ਡਾਕਟਰ ਸਾਹਿਬ ਕਹਿੰਦੇ ਵੀ ਮੈਨੂੰ ਆਪਣੀ ਰੋਟੀ ਮੈਨੂੰ ਦੇ ਜਾ ਕਰ। ਅੱਛਾ, ਆਹ ਹਾਲ ਸਰਕਾਰ ਦਾ। ਦੇਖੋ ਉਹ ਕੇਜਰੀਵਾਲ ਦੇ ਕੋਲ ਦੌੜੇ ਜਾਂਦੇ ਆ। ਹਾਂਜੀ, ਕੇਜਰੀਵਾਲ ਸਾਹਿਬ ਸਾਨੂੰ ਭੁੱਖ ਨਹੀਂ ਲੱਗਦੀ। ਉਹ ਕਹਿੰਦਾ ਭਰਾਵਾ ਆਪਣੀ ਰੋਟੀ ਮੈਨੂੰ ਦੇ ਦਿਆ ਕਰ। ਗੱਲ ਖਤਮ, ਮੈਂ ਖਾ ਲੂੰਗਾ, ਮੈਨੂੰ ਤਾਂ ਭੁੱਖ ਲੱਗਦੀ ਹੈ ਨਾ। ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਡੰਗਦੀਆਂ ਨੇ, ਰੋਕਣਾ ਪਊਗਾ। ਗਲਤੀ ਜਿਹੜੀ ਹੈ ਉਹ ਇਹ ਨਹੀਂ ਮੈਂ ਕਹਿੰਦਾ ਕਿ ਵੋਟਰਾਂ ਦੀ ਹੈ, ਪਰ ਭੁਗਤਣਾ ਤਾਂ ਜਿਹੜਾ ਹੈਗਾ ਆਮ ਬੰਦੇ ਨੂੰ ਪੈਣਾ ਕਿ ਨਹੀਂ ਪੈਣਾ? ਬਿਲਕੁਲ ਆਮ ਬੰਦੇ ਨੂੰ ਭੁਗਤਣਾ ਪੈ ਰਿਹਾ ਤੇ ਸਭ ਤੋਂ ਜ਼ਿਆਦਾ ਭੁਗਤਦਾ ਹੈ ਬੰਦਾ ਜਿਹੜੇ ਆ ਸਰਕਾਰੀ ਹਸਪਤਾਲ ਲਈ। ਬਿਲਕੁਲ, ਸਿਹਤ ਨੂੰ ਲੈ ਕੇ ਪ੍ਰਾਈਵੇਟ ਹਸਪਤਾਲ ਦੇਖੋ ਤਾਂ ਇੰਨੇ ਮਹਿੰਗੇ ਨੇ ਕਿ ਆਮ ਆਦਮੀ ਉਹ ਅਫੋਰਡ ਨਹੀਂ ਕਰ ਸਕਦਾ, ਸੋਚ ਵੀ ਨਹੀਂ ਸਕਦਾ। ਬੰਦਾ ਜਾਵੇ ਤਾਂ ਕਿੱਧਰ ਜਾਵੇ? ਸਿਹਤ ਸੁਵਿਧਾਵਾਂ ਦਾ ਜੋ ਹਾਲ ਹੈ ਅਸੀਂ ਦੇਖਦੇ ਪਏ ਹਾਂ। ਇੰਸ਼ੋਰੈਂਸ ਸਾਰਾ ਪ੍ਰਾਈਵੇਟ ਸੈਕਟਰ ਨੂੰ ਦਿੱਤਾ ਪਿਆ, ਯਾਨੀ ਕਿ ਇੰਸ਼ੋਰੈਂਸ ਵਿੱਚੋਂ ਵੀ ਪੈਸਾ ਕਮਾਉਣਾ ਹੈ। ਜੇ ਕੋਈ ਕਵੇ ਨਾ ਕੰਪਨੀ ਨੂੰ ਕਿ ਕਿਸੇ ਨੂੰ ਇਦਾਂ ਦੀ ਬਿਮਾਰੀ ਹੋ ਗਈ, ਇਹ ਤਾਂ ਜੀ 2 ਸਾਲ ਬਾਅਦ ਕਵਰ ਹੁੰਦੀ ਹੈ, ਹੁਣ ਕਵਰ ਨਹੀਂ ਹੁੰਦੀ। ਯਾਨੀ ਕਿ ਹੁਣ 6 ਮਹੀਨੇ ਹੋਏ ਨੇ ਹਲੇ ਇੰਸ਼ੋਰੈਂਸ ਲਿੱਤੇ ਨੂੰ, ਉਹ 2 ਸਾਲ ਵੇਟ ਕਰੂਗਾ। ਤੁਸੀਂ ਇਹ ਦੇਖੋ ਵੀ ਜਦੋਂ ਮੋਦੀ ਸਾਹਿਬ ਨੇ ਪਹਿਲਾ ਡੰਗ ਮਾਰਿਆ ਸੀ, ਡੰਗ ਇਦਾਂ ਦਾ ਮਾਰਿਆ ਸੀਗਾ ਵੀ ਕਿਸੇ ਵੀ ਗਰੀਬ ਦਾ ਅਕਾਊਂਟ ਖੁਲਾਉਣਾ ਤੇ ਉਸੇ ਵੇਲੇ ਕਹਿ ਦੇਣਾ ਭਾਈ ਅਕਾਊਂਟ ਖੋਲ੍ਹਦੇ ਸਾਰੀ ਤੁਹਾਡਾ ਇੰਸ਼ੋਰੈਂਸ ਵੀ ਹੋ ਗਿਆ, ਰੋਜ਼ ਦਾ 1 ਰੁਪਈਆ ਘੱਟ ਹੋ ਜਾਂਦਾ। ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ 1 ਹੋਰ ਰੁਪਈਆ ਕੱਟ ਹੋਣ ਲੱਗ ਪਿਆ। ਤੁਹਾਨੂੰ ਜਿਹੜਾ ਹੈਗਾ ਉਹ 60 ਸਾਲਾਂ ਤੋਂ ਬਾਅਦ ਵਿੱਚ ਪੈਨਸ਼ਨ ਵੀ ਦੇਣੀ ਹੈ। ਉਸ ਤੋਂ ਬਾਅਦ ਵਿੱਚ ਜਦੋਂ ਆ ਗਈ ਪ੍ਰਧਾਨ ਮੰਤਰੀ ਆਯੁਸ਼ਮਾਨ ਕਾਰਡ ਯੋਜਨਾ, ਤੇ ਨਾਲ ਦੇ ਨਾਲ ਜਦੋਂ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਜੀ ਮੁੱਖ ਮੰਤਰੀ ਜਿਹੜੀ ਪੰਜਾਬ ਸਰਕਾਰ ਦੀ ਆਯੁਸ਼ਮਾਨ ਕਾਰਡ ਹੈ ਜੀ। ਹੁਣ ਬੰਦਾ ਸੋਚਦਾ ਆ ਵੀ ਮੈਂ ਆਯੁਸ਼ਮਾਨ ਕਾਰਡ ਜਿਹੜਾ ਹੈ ਉਹ ਬਣਾ ਲਿਆ ਤੇ ਉਹ ਹੁਣ ਜਾ ਕੇ ਮੈਂ
ਕਿੱਥੇ ਦਊਂਗਾ? ਹਸਪਤਾਲ ਦੇ ਵਿੱਚ ਮੇਰਾ ਫ੍ਰੀ ਇਲਾਜ ਹੋ ਜਾਊਗਾ। ਪਰ ਉਹਦੇ ਵਿੱਚ ਵੀ ਦੇਖੋ ਕਿੰਨੇ ਓਹਲੇ ਰੱਖੇ ਹੋਏ ਨੇ, ਹਰ ਇੱਕ ਬਿਮਾਰੀ ਦਾ ਵੱਖਰਾ ਵੱਖਰਾ ਪੈਕੇਜ ਸੈੱਟ ਕੀਤਾ ਹੋਇਆ। ਜੇ ਉਹ ਤੁਹਾਨੂੰ ਬਿਮਾਰੀ ਹੋਊਗੀ ਤਾਂ ਫਿਰ ਤੁਹਾਨੂੰ ਉਹਦੇ ਵਿੱਚੋਂ ਪੈਸੇ ਜਿਹੜੇ ਹੈਗੇ ਮਿਲਣਗੇ। ਪਹਿਲੀ ਤਾਂ ਗੱਲ ਹੈਗੀ ਆ, ਜੇ ਕਿਸੇ ਨੂੰ ਜ਼ੁਕਾਮ ਬੁਖਾਰ ਜਾਂ ਵੈਸੇ ਦਰਦ ਆ ਤਾਂ ਉਹਦਾ ਕੋਈ ਭਾਈ ਪੈਸਾ ਨਹੀਂ ਮਿਲਣਾ, ਕਿਉਂਕਿ ਉਹਦੇ ਵਾਸਤੇ ਕੋਈ ਇਹਨਾਂ ਨੇ ਵਿਧੀ ਨਹੀਂ ਤਿਆਰ ਕੀਤੀ ਕਿ ਬੰਦਾ ਹਸਪਤਾਲ ਜਾਵੇ, ਉੱਥੋਂ ਪਰਚੀ ਕਟਾਵੇ, ਕਟਾ ਕੇ ਤਾਂ ਮੁਫਤ ਦੇ ਵਿੱਚ ਪਰਚੀ ਜਿਹੜੀ ਹੈ ਉਹ ਕੱਟੀ ਜਾਵੇ। ਉਹ ਨਹੀਂ, ਮੁਫਤ ਦੇ ਵਿੱਚ ਉੱਥੇ ਦਵਾਈ ਵੀ ਨਹੀਂ ਮਿਲਣੀ। ਉਸ ਤੋਂ ਬਾਅਦ ਵਿੱਚ ਆ ਗਈ ਆਯੁਸ਼ਮਾਨ ਕਾਰਡ ਦੀ ਗੱਲ। ਆਯੁਸ਼ਮਾਨ ਕਾਰਡ ਜਿਹੜਾ ਹੈ ਉਹ ਗਾਂ ਤੋਂ ਗਾਂ ਜਦੋਂ ਸਬ ਡਿਵੀਜ਼ਨ ਉਹਨਾਂ ਦੀ ਕੀਤੀ ਜਾਂਦੀ ਹੈ, ਹਰਨੀਆਂ ਦੇ ਆਪਰੇਸ਼ਨ ਵਾਸਤੇ 10,000, ਉਸ ਤੋਂ ਬਾਅਦ ਵਿੱਚ ਜੇ ਕਿਸੇ ਦੇ ਕੋਈ ਹੋਰ ਬਿਮਾਰੀ ਆ ਉਹਦੇ ਵਾਸਤੇ 20,000, ਇਹਦੇ ਵਾਸਤੇ 10,000, ਇੱਥੇ ਆ 5,000। ਭਾਈ ਜੇ ਤੁਹਾਨੂੰ ਉਹ ਬਿਮਾਰੀ ਆ ਤਾਂ ਉਹਦੇ ਉਨੇ ਹੀ ਪੈਸੇ ਮਿਲਣੇ, ਉਸ ਤੋਂ ਵੱਧ ਜਿਹੜੇ ਹੈਗੇ ਆ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ। ਉਸ ਤੋਂ ਵੱਧ ਜੇ ਹੋ ਜਾਂਦੇ ਆ ਤਾਂ ਫਿਰ ਸਰਕਾਰ ਜਿਹੜੀ ਹੈਗੀ ਉਹ ਬਿਲਕੁਲ ਮਦਦ ਨਹੀਂ ਕਰਦੀ, ਫਿਰ ਤੁਹਾਨੂੰ ਖੁਦ ਦੇਣੇ ਪੈਂਦੇ ਆ। ਬਾਕੀ ਰਿਹਾ ਸਰਕਾਰੀ ਹਸਪਤਾਲਾਂ ਦਾ ਜਿਹੜਾ ਹਾਲ ਉਹ ਤੁਹਾਡੇ ਸਾਹਮਣੇ ਆ, ਉਹਨਾਂ ਦੇ ਵਿੱਚ ਇਲਾਜ ਹੁੰਦੇ ਨਹੀਂ। ਕੁਝ ਇੰਪੈਨਲਡ ਕੀਤੇ ਹੋਏ ਹਸਪੀਟਲਸ ਹੈਗੇ ਆ ਜਿਹੜੇ ਕਿ ਇਸ ਕਾਰਡ ਦੇ ਨਾਲ ਇੰਪੈਨਲਡ ਹੁੰਦੇ ਆ ਕਿ ਤੁਸੀਂ ਫਲਾਣੇ ਹਸਪੀਟਲ ਤੋਂ ਕਰ ਲਓ, ਉਹਦੇ ਕੋਲੋਂ ਕਰ ਲਓ। ਉਹ ਫਿਰ ਆਪਣਾ ਮਣਾ ਮੂਹੀ ਜਿਹੜਾ ਹੈ ਉਹ ਬਿੱਲ ਬਣਾਉਂਦੇ ਆ। ਇੱਕ ਤਾਂ ਉਹ ਪ੍ਰਾਈਵੇਟਲੀ ਬਿੱਲ ਜਿਹੜਾ ਹੈ ਉਹ ਮਰੀਜ਼ ਦੇ ਕੋਲੋਂ ਲੈ ਲੈਂਦੇ ਆ। ਮਰੀਜ਼ ਕਰਦਾ ਫਿਰ 104 ਨੰਬਰ ਉੱਤੇ ਜਾ ਕੇ ਸ਼ਿਕਾਇਤ ਜਿਹੜੀ ਹੈ ਉਹ ਸੁਣੀ ਨਹੀਂ ਜਾਂਦੀ, ਮਰੀਜ਼ ਦੀ ਵੀ ਨਹੀਂ ਸੁਣੀ ਜਾਂਦੀ। ਫਿਰ ਜੇ ਸੁਣ ਕੇ ਵੀ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਫਿਰ ਕੀ ਹੁੰਦਾ ਆ, ਉਹਦਾ ਕਾਰਡ ਡਿਸਮਿਸ ਕਰ ਦਿੱਤਾ ਜਾਂਦਾ। ਤੁਸੀਂ ਦੱਸੋ ਵੀ ਆਮ ਬੰਦਾ ਜਾਵੇ ਤਾਂ ਜਾਵੇ ਕਿੱਥੇ? ਕਾਰਡ ਬਣਾ ਕੇ ਉਹ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਵੀ ਮੇਰਾ ਤਾਂ 5 ਲੱਖ ਤੱਕ ਦਾ ਜਿਹੜਾ ਹੈ ਉਹ ਸਿਕਿਉਰ ਹੋ ਗਿਆ, ਪਰ ਉਹਨੂੰ ਇਹ ਤਾਂ ਪਤਾ ਹੀ ਨਹੀਂ ਵੀ ਇੱਕ ਹਰਨੀਆਂ ਦੀ ਬਿਮਾਰੀ ਦਾ ਸਿਰਫ 10,000 ਰੁਪਈਆ ਆ ਸਰਕਾਰ ਦੇ ਵੱਲੋਂ। ਬਾਕੀ ਜਿਹੜਾ ਜੇ ਉਹਦੇ ਉੱਤੇ 50,000 ਰੁਪਈਆ ਲੱਗ ਗਿਆ ਤਾਂ ਬਾਕੀ 40 ਕਿੱਥੋਂ ਲਿਆਊਗਾ? ਸੋ ਇਹ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਡਾ ਜਿਹੜਾ ਆਮ ਬੰਦਾ ਆ ਉਹਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਤਾਂ ਕਿ ਐਨ ਵਕਤ ਉੱਤੇ ਉਹ ਕਿਤੇ ਧੋਖਾ ਨਾ ਖਾ ਲਵੇ। ਦੂਜਾ ਮੂੰਹ ਦੇ ਮੂੰਹ ਤਾਂ ਹੀ ਮਜ਼ਦੂਰ ਡਿੱਗਦਾ ਆ, ਤੇ ਫਿਰ ਅਸੀਂ ਐਵੇਂ ਕਵਿਤਾਵਾਂ ਦੇ ਵਿੱਚ ਕਹਿੰਦੇ ਫਿਰਦੇ ਆ, ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਾ ਰਹੀਂਗੇ ਸੂਰਜਾ ਕਮੀਆਂ ਦੇ ਵੇੜੇ। ਉਹ ਸੂਰਜ ਮਗਦਾ ਹੀ ਕਮੀਆਂ ਦੇ ਵਿਹੜੇ ਆ, ਕਿਉਂਕਿ ਸਰਕਾਰਾਂ ਨੇ ਉੱਥੇ ਤੱਕ ਹੀ ਰੱਖਿਆ ਹੋਇਆ ਆ, ਆਈ ਵਾਸ਼ ਕਰਦੀਆਂ ਨੇ ਸਰਕਾਰਾਂ। ਲੋਕਾਂ ਨੂੰ ਜਾਗਣ ਦੀ ਲੋੜ ਹੈ। ਜਿਹੜੀਆਂ ਸੋਲਿਡ ਸਕੀਮਾਂ ਚਾਹੀਦੀਆਂ ਨੇ ਜਿਹਦਾ ਵਾਕਈ ਕੋਈ ਅਰਥ ਨਿਕਲੇ ਤਾਂ ਉਸ ਨੂੰ ਲਾਗੂ ਕਰੋ, ਨਹੀਂ ਤਾਂ ਇਹ ਆਈ ਵਾਸ਼ ਹੈ, ਹੋਰ ਤਾਂ ਕੁਝ ਨਹੀਂ। ਆਈ ਅੱਖ ਦੇ ਵਿੱਚ ਦਾਰੂ ਪਾ ਦੇਣ ਵਾਲੀ ਗੱਲ ਆ। ਜਦਕਿ ਹੁਣ ਇਹ ਚਾਹੀਦਾ ਹੈ ਕਿ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹੁਣ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਹੁਣ ਚਾਲੇ ਪਾਈਏ, ਕਿਉਂਕਿ ਸਮਾਂ ਹੋ ਰਿਹਾ ਤੇ ਸਮਾਂ ਸਮਰੱਥ ਹੈ। ਬਿਲਕੁਲ। ਔਰ ਮੈਂ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਗੱਲ ਦੱਸ ਦਿਆਂ ਵੀ ਭਾਈ ਜਿਹੜਾ ਮਰੀਜ਼ ਕਾਰਡ ਉਹ ਲੈ ਕੇ ਜਾਊਗਾ ਉਹਨੂੰ ਜਨਰਲ ਵਾਰਡ ਦੇ ਵਿੱਚ ਨੌਨ AC ਵਾਲਾ ਜਿਹੜਾ ਕਮਰਾ ਉਹ ਮਿਲੂਗਾ। ਮੈਂ ਇਸ ਪਸੀਨੇ ਤੋਂ ਜਿਹੜਾ ਹੈਗਾ ਤੁਹਾਨੂੰ ਅੰਦਾਜ਼ਾ ਲਗਾ ਕੇ ਦੱਸ ਤੁਹਾਨੂੰ ਯਾਦ ਆ ਗਿਆ। ਚਲੋ ਜੀ, ਇਸ ਕਰਕੇ ਉਹਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਵੀ ਜਿੱਥੇ ਮਰੀਜ਼ ਨੂੰ ਪਾਉਣਾ ਜਾਂ ਤਾਂ ਸਰਦੀਆਂ 'ਚ ਇਲਾਜ ਕਰਾ ਲਓ ਵੀ ਉੱਥੇ ਜਿਹੜੀ AC ਦੀ ਲੋੜ ਨਾ ਪਊਗੀ, ਨਹੀਂ ਤਾਂ ਗਰਮੀਆਂ ਦੇ ਵਿੱਚ ਜਨਰਲ ਵਾਰਡ ਵਿੱਚ ਹੀ ਇਲਾਜ ਹੋਣੇ ਆ। ਇਸ ਤੋਂ ਵੱਧ ਕੇ ਜਿਹੜੀ ਹੈਗੀ ਆ ਉਹ ਨਾ ਸਰਕਾਰ ਨੇ, ਕੇਂਦਰ ਨੇ ਮਦਦ ਕਰਨੀ, ਨਾ ਪੰਜਾਬ ਨੇ। ਭਾਈ ਤੁਸੀਂ ਆਪ ਸੋਚਣਾ ਆ। ਸੋ ਤੁਹਾਡੇ ਨੂੰ ਸੋਚਾਂ ਦੇ ਵੱਸ ਪਾ ਕੇ ਮੈਂ ਤੇ ਸੰਜੀਵ ਜਸ਼ ਖੰਨਾ ਜੀ ਚੱਲੇ ਆ। ਸੋਚੋ ਵਿਚਾਰੋ ਕਿ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਅੱਗੇ ਵਧਾਇਆ ਜਾ ਸਕਦਾ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਸੰਜੀਵ ਜੀ। ਚਲਿਏ ਫਿਰ ਹੁਣ। ਹਾਂਜੀ, ਆਪਣੇ ਵਿਚਾਰ ਜ਼ਰੂਰ ਸਾਨੂੰ ਇਨਬਾਕਸ ਕਰ ਦਈਓ ਤਾਂ ਕਿ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਜੀ। ਸਤਿ ਸ਼੍ਰੀ ਅਕਾਲ ਜੀ।